ਮਹੱਲਾ ਪੰਜਵਾ। ਭੈ ਸਾਗਰ ਤਰਿਆ, ਹਰ ਹਰ ਨਾਮ ਧਿਆਏ ਰਾਮ। ਪਾਵਨ ਸ਼ਬਦ ਜਿਸ ਦਾ ਆਪ ਸੰਤਾਂ ਨੇ ਪਾਠ ਸਰਵਣ ਕੀਤਾ ਹੈ, ਧੰਨ ਗੁਰੂ ਅਰਜਨ ਦੇਵ ਜੀ ਦਾ। ਇਹ ਸ਼ਬਦ ਸੋਈ ਰਾਗਣੀ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ 782 ਅੰਕ ਤੇ ਬਿਰਾਜਮਾਨ। ਇਸ ਪਾਵਨ ਸ਼ਬਦ ਦੇ ਅੰਦਰ ਧੰਨ ਗੁਰੂ ਜੀ ਰਹਿਮਤ ਕਰਦੇ ਹਨ। ਭੈ ਸਾਗਰ ਤਰਿਆ। ਦੋ ਸਾਗਰ ਨੇ ਤੇ ਦੋਵੇਂ ਹੀ ਡਰ ਦੇ ਸਾਗਰ ਨੇ। ਭੈ ਦਾ ਅਰਥ ਹੁੰਦਾ ਡਰ। ਭੈ ਸਾਗਰ ਤਰਿਆ, ਹਰ ਹਰ ਨਾਮ ਧਿਆਏ ਰਾਮ। ਇੱਕ ਇਹ ਸੰਸਾਰ ਹੈ, ਇਹ ਭੈ ਦਾ ਸਾਗਰ ਹੈ। ਦੂਸਰਾ ਪ੍ਰਭੂ ਪਰਮਾਤਮਾ ਹੈ, ਉਹ ਵੀ ਭੈ ਦਾ ਸਾਗਰ ਹੈ। ਜਿਨ੍ਹਾਂ ਨੇ ਪਰਮਾਤਮਾ ਦਾ ਭੈ ਕਰ ਲਿਆ, ਉਹ ਸੰਸਾਰ ਦੇ ਭੈ ਰੂਪੀ ਸਾਗਰ 'ਚੋਂ ਤਰ ਜਾਂਦੇ ਨੇ। ਜਦੋਂ ਤੱਕ ਅਸੀਂ ਪ੍ਰਭੂ ਪਰਮਾਤਮਾ ਦਾ ਧਿਆਨ ਨਹੀਂ ਕਰਦੇ, ਪਰਮਾਤਮਾ ਦੇ ਡਰ ਦੇ ਵਿੱਚ, ਭੈ ਦੇ ਵਿੱਚ ਨਹੀਂ ਵਿਚਰਦੇ, ਉਦੋਂ ਤੱਕ ਇਹ ਸੰਸਾਰ ਸਾਗਰ ਨਹੀਂ ਤਰਿਆ ਜਾ ਸਕਦਾ। ਤਾਂ ਤੇ ਗੁਰੂ ਅਰਜਨ ਦੇਵ ਜੀ ਰਹਿਮਤ ਕਰਦੇ ਨੇ, ਭੈ ਸਾਗਰੋਂ ਉਹ ਪ੍ਰਭੂ ਪਰਮਾਤਮਾ ਦਾ ਭੈ ਰੱਖ ਕੇ ਜੋ ਸੁੱਖਾਂ ਦਾ ਸਾਗਰ ਹੈ, ਕਿਰਪਾਲੂ ਹੈ, ਦਿਆਲੂ ਹੈ, ਉਸ ਦੇ ਭੈ ਦੇ ਵਿੱਚ ਵਿਚਰ ਕੇ ਤੇ ਇਹ ਸੰਸਾਰ ਜਿਹੜਾ ਹੈ, ਇਸ ਦੇ ਵਿੱਚੋਂ ਪਾਰ ਹੋ ਜੀਦਾ ਹੈ, ਇਸ ਤੋਂ ਤਰ ਜਾਈਦਾ ਹੈ। ਹੁਣ ਇਹ ਭੈ ਹੈ ਜਿਹੜਾ ਸੰਸਾਰ ਦਾ, ਇਹ ਕੀ ਹੈ? ਪ੍ਰਭੂ ਦਾ, ਪਰਮਾਤਮਾ ਦਾ ਜਿਹੜਾ ਭੈ ਹੈ, ਉਹ ਤਾਂ ਨਿਰਮਲ ਭੈ ਹੈ, ਪਵਿੱਤਰ ਭੈ ਹੈ। ਸੰਸਾਰ ਦਾ ਭੈ ਕੀ ਹੈ? ਧੰਨ ਗੁਰਬਾਣੀ ਦੇ ਅੰਦਰ ਫਰਮਾਨ ਹੁੰਦਾ ਹੈ, ਡਰੇ ਡਰ ਡਰਨਾ ਮਨ ਕਾ ਸ਼ੋਰ। ਡਰੇ ਡਰ ਡਰਨਾ, ਡਰ ਤੋਂ ਡਰ ਪੈਦਾ ਹੁੰਦਾ ਹੈ। ਤੇ ਜਿਹੜਾ ਡਰ ਤੋਂ ਡਰ ਪੈਦਾ ਹੁੰਦਾ ਹੈ, ਉਸ ਡਰ ਤੋਂ ਜਿਹੜਾ ਡਰਨਾ ਹੈ, ਇਹ ਮਨ ਦੀ ਸਾਡੀ ਸਥਿਤੀ ਹੈ। ਥੋੜਾ ਵਿਚਾਰਾਂ ਦੇ ਨਾਲ ਜੁੜੋਗੇ, ਗੱਲ ਦੀ ਸਮਝ ਆ ਜਾਵੇਗੀ ਵੀ ਡਰ ਤੋਂ ਡਰ ਕਿਵੇਂ ਪੈਦਾ ਹੁੰਦਾ ਹੈ। ਇਹਨੂੰ ਸੁਖੈਨ ਤਰੀਕੇ ਦੇ ਨਾਲ ਅਸੀਂ ਸਮਝ ਲਈਏ। ਅਸੀਂ ਗਲੀ ਦੇ ਵਿੱਚ ਜਾ ਰਹੇ ਹਾਂ, ਅੱਗੇ ਕੋਈ ਕੁੱਤਾ ਬੈਠਾ ਹੈ, ਉਹਨੂੰ ਸਾਡੇ ਤੋਂ ਡਰ ਲੱਗਦਾ ਹੈ ਵੀ ਇਹ ਮੈਨੂੰ ਮਾਰੇ ਨਾ, ਤੇ ਸਾਨੂੰ ਉਹਦੇ ਤੋਂ ਡਰ ਲੱਗਦਾ ਹੈ ਵੀ ਕਿਤੇ ਮੈਨੂੰ ਵੱਢ ਨਾ ਲਵੇ। ਉਹਦੇ ਅੰਦਰ ਵੀ ਡਰ ਹੈ, ਸਾਡੇ ਅੰਦਰ ਵੀ ਡਰ ਹੈ। ਉਹਨੇ ਇਸ ਡਰ ਕਰਕੇ ਭੌਂਕਣਾ ਸ਼ੁਰੂ ਕਰ ਦਿੱਤਾ ਵੀ ਇਹ ਕਿਤੇ ਮੇਰੇ ਮਾਰੇ ਨਾ, ਤੇ ਅਸੀਂ ਉਹਦੇ ਤੋਂ ਡਰ ਕੇ ਡਰਨਾ ਸ਼ੁਰੂ ਕਰ ਦਿੱਤਾ ਹੈ। ਡੰਡਾ ਚੱਕ ਲਿਆ ਵੀ ਕਿ ਕਿਤੇ ਇਹ ਸਾਨੂੰ ਵੱਢੇ ਨਾ। ਹੁਣ ਵੇਖੋ, ਉਹਦੇ ਅੰਦਰ ਆਪਣਾ ਡਰ ਹੈ, ਸਾਡੇ ਅੰਦਰ ਆਪਣਾ ਡਰ ਹੈ। ਉਸਨੇ ਆਪਣੇ ਡਰ ਕਾਰਨ ਆਪਣੀ ਰੱਖਿਆ ਦੇ ਲਈ ਭੌਂਕਣਾ ਸ਼ੁਰੂ ਕਰ ਦਿੱਤਾ ਹੈ। ਅਸੀਂ ਆਪਣੇ ਅੰਦਰ ਦੇ ਡਰ ਦੇ ਨਾਲ ਆਪਣੀ ਰੱਖਿਆ ਦੇ ਲਈ ਡੰਡਾ ਚੱਕ ਲਿਆ। ਨਾ ਕੁੱਤੇ ਦਾ ਕਸੂਰ ਹੈ, ਨਾ ਹੀ ਸਾਡਾ ਕਸੂਰ ਹੈ। ਨਾ ਹੀ ਉਹਨੇ ਸਾਡਾ ਕੁਝ ਖਾਧਾ ਤੇ ਨਾ ਹੀ ਅਸੀਂ ਉਹਦਾ ਕੁਝ ਖਾਧਾ। ਨਾ ਹੀ ਉਹਨੇ ਸਾਡੀ ਕਿਸੇ ਚੀਜ਼ ਤੇ ਕਬਜ਼ਾ ਕੀਤਾ ਤੇ ਨਾ ਹੀ ਅਸੀਂ ਉਹਦੀ ਕਿਸੇ ਚੀਜ਼ ਤੇ ਕਬਜ਼ਾ ਕੀਤਾ ਹੈ। ਬਸ ਇਹ ਮਨ ਦੀਆਂ ਪਰਿਸਥਿਤੀਆਂ ਨੇ, ਮਨ ਦੀਆਂ ਸਥਿਤੀਆਂ ਨੇ। ਐਵੇਂ ਇੱਕ ਦੂਜੇ ਤੋਂ ਡਰੀ ਜਾਣਾ। ਫਿਰ ਗੁਰਬਾਣੀ ਦੇ ਅੰਦਰ ਗੁਰੂ ਨਾਨਕ ਦੇਵ ਜੀ ਦਾ ਪਾਵਨ ਸ਼ਬਦ ਹੈ, ਗੁਰੂ ਜੀ ਨੇ ਸ਼ਬਦ ਦੇ ਅੰਦਰ ਸਮਝਾਇਆ, ਡਰੇ ਡਰ ਡਰਨਾ। ਅਸੀਂ ਡਰੇ ਕਿਉਂ ਆ? ਆਪਣੇ ਮਨ ਦੇ ਸ਼ੋਰ ਕਰਕੇ, ਮਨ ਦੀ ਸਥਿਤੀ ਕਰਕੇ। ਅਗਲੇ ਦਾ ਕਸੂਰ ਨਹੀਂ ਵੀ ਉਹ ਸਾਨੂੰ ਡਰਾ ਜਾਵੇ, ਅਸੀਂ ਆਪਣੀ ਮਨ ਦੀ ਸਥਿਤੀ ਕਰਕੇ ਡਰੇ ਹਾਂ, ਤੇ ਅਗਲਾ ਜਿਹੜਾ ਉਹ ਵੀ ਆਪਣੀ ਮਨ ਦੀ ਸਥਿਤੀ ਕਰਕੇ ਡਰਿਆ। ਇਹ ਸੰਸਾਰ ਦਾ ਡਰ ਹੈ। ਹੁਣ ਇਹਨੂੰ ਆਪਾਂ ਸਮਝ ਨਾ ਕਰੀਏ ਵੀ ਸੰਸਾਰ ਦਾ ਜਿਹੜਾ ਡਰ ਹੈ, ਇਸ ਡਰ ਕਾਰਨ ਅਸੀਂ ਪ੍ਰਭੂ ਪਰਮਾਤਮਾ ਵਾਹਿਗੁਰੂ ਤੋਂ ਕਿਵੇਂ ਦੂਰ ਚਲੇ ਜਾਂਦੇ ਹਾਂ। ਜਿਵੇਂ
ਸਾਨੂੰ ਕੁੱਤਾ ਕੁਝ ਨਹੀਂ ਕਹਿ ਰਿਹਾ, ਉਹ ਸ਼ਾਂਤੀ ਦੇ ਨਾਲ ਬੈਠਾ ਹੈ। ਪਰ ਸਾਡੇ ਮਨ ਦੇ ਵਿੱਚ ਡਰ ਆ ਗਿਆ ਵੀ ਕਿਤੇ ਵੱਢ ਨਾ ਲਵੇ ਤੇ ਅਸੀਂ ਡੰਡਾ ਚੱਕ ਲਏ। ਕੁੱਤੇ ਦੇ ਅੰਦਰ ਡਰ ਆ ਗਿਆ ਵੀ ਇਹਨੇ ਡੰਡਾ ਚੱਕਿਆ ਮੈਨੂੰ ਮਾਰੇਗਾ, ਉਹਨੇ ਭੌਂਕਣਾ ਸ਼ੁਰੂ ਕਰ ਦਿੱਤਾ ਹੈ। ਉਸੇ ਤਰ੍ਹਾਂ ਇਸ ਸੰਸਾਰ ਦੇ ਅੰਦਰ ਵੀ ਡਰ ਤੋਂ ਹੀ ਡਰ ਪੈਦਾ ਹੁੰਦਾ ਹੈ। ਡਰ ਕਰਕੇ ਹੀ, ਮਨ ਦੇ ਡਰ ਕਰਕੇ ਹੀ ਸਾਡੇ ਮਨ ਦੀ ਸਥਿਤੀ ਜਿਹੜੀ ਹੈ ਉਹ ਡਰ ਵਾਲੀ ਬਣ ਜਾਂਦੀ ਹੈ ਤੇ ਅਸੀਂ ਡਰਦੇ ਰਹਿੰਦੇ ਹਾਂ। ਹਰ ਮਨੁੱਖ ਆਪਣੇ ਕਰਮ ਖਾਂਦਾ ਹੈ ਤੇ ਉਸ ਦੇ ਕਰਮਾਂ ਦਾ ਲਿਖਿਆ ਉਹਨੂੰ ਮਿਲ ਰਿਹਾ ਹੈ। ਜਹਾਂ ਦਾਣੀ ਤਹਾਂ ਖਾਣੀ, ਨਾਨਕਾ ਸੱਚ ਹੀ। ਧੰਨ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰ ਕਿਰਪਾ ਕਰਦੇ ਨੇ, ਜਿੱਥੇ ਪ੍ਰਭੂ ਪਰਮਾਤਮਾ ਨੇ ਚੋਗ ਖੰਡਾਈ ਹੈ ਨਾ, ਉੱਥੇ ਚੁਗਣੀ ਹੈ। ਤੇ ਸਾਡੇ ਕਰਮਾਂ ਦੀ ਚੋਗ ਹੈ ਜਿਹੜੀ ਕੋਈ ਹੋਰ ਚੋਗ ਵੀ ਨਹੀਂ ਸਕਦਾ। ਇਹ ਵੀ ਬੜੀ ਅਤ ਜ਼ਰੂਰੀ ਹੈ। ਸਾਡੇ ਕਰਮਾਂ ਨੂੰ ਕੋਈ ਖੋਹ ਨਹੀਂ ਸਕਦਾ, ਕੋਈ ਖਾ ਨਹੀਂ ਸਕਦਾ। ਬਸ ਇਸੇ ਤਰ੍ਹਾਂ ਸਾਡੇ ਮਨ ਦੇ ਵਿੱਚ ਡਰ ਹੈ। ਉਸ ਡਰ ਕਰਕੇ ਅਸੀਂ ਡਰੀ ਜਾਂਦੇ ਹਾਂ ਵੀ ਕਿਤੇ ਸਾਡਾ ਕੰਮ ਜਿਹੜਾ ਹੈ ਇਹ ਕੋਈ ਵਿਗਾੜ ਨਾ ਦੇਵੇ, ਸਾਡਾ ਕੰਮ ਕਿਤੇ ਵਿਗੜ ਨਾ ਜਾਵੇ, ਸਾਡੀ ਕਿਤੇ ਇੱਜ਼ਤ ਪੱਤ ਨਾ ਰੁਲ ਜਾਵੇ, ਸਾਨੂੰ ਕਿਤੇ ਕੋਈ ਬੁਰਾ ਨਾ ਆਖ ਦੇਵੇ। ਹੁਣ ਵੇਖੋ, ਜੇ ਅਸੀਂ ਬੁਰਾ ਕਰਾਂਗੇ ਤੇ ਫਿਰ ਤਾਂ ਅਗਲੇ ਨੇ ਬੁਰਾ ਆਖਣਾ ਹੀ ਹੈ ਨਾ। ਜੇ ਅਸੀਂ ਬੁਰਾ ਨਹੀਂ ਕਰਦੇ ਤੇ ਫਿਰ ਅਗਲਾ ਕਿਵੇਂ ਬੁਰਾ ਆਖੇਗਾ। ਮਾੜਾ ਕੇਵਲ ਤੇ ਕੇਵਲ ਉਸ ਨੂੰ ਆਖਿਆ ਜਾਂਦਾ ਹੈ ਜਿਹੜਾ ਮਾੜਾ ਕਰਦਾ ਹੈ, ਜਿਹਨੇ ਮਾੜਾ ਕੀਤਾ ਹੈ। ਜਿਹਨੇ ਮਾੜਾ ਕੀਤਾ ਹੀ ਨਹੀਂ, ਬੁਰਾ ਕੀਤਾ ਹੀ ਨਹੀਂ, ਉਹਨੂੰ ਅੱਜ ਤੱਕ ਕਦੀ ਕਿਸੇ ਨੇ ਮਾੜਾ ਜਾਂ ਬੁਰਾ ਨਹੀਂ ਆਖਿਆ। ਉਹਨੂੰ ਫਿਰ ਸਾਰੇ ਚੰਗਾ ਹੀ ਆਖਦੇ ਨੇ। ਸਾਡੇ ਅੰਦਰ ਡਰ ਬਣ ਜਾਂਦਾ ਹੈ ਧਨ ਦੌਲਤ ਦਾ, ਸਾਡੇ ਅੰਦਰ ਡਰ ਬਣ ਜਾਂਦਾ ਹੈ ਆਪਣੀ ਇੱਜ਼ਤ ਆਬਰੂ ਦਾ, ਸਾਡੇ ਅੰਦਰ ਡਰ ਬਣ ਜਾਂਦਾ ਸਾਡੀ ਸਰੀਰ ਦੀ ਰੱਖਿਆ ਦਾ। ਬਸ ਇਹ ਤਿੰਨ ਹੀ ਚੀਜ਼ਾਂ ਨੇ ਮਨੁੱਖ ਦੇ ਕੋਲ, ਚੌਥੀ ਚੀਜ਼ ਹੀ ਹੈ ਨਹੀਂ ਗੀ। ਇੱਕ ਧਨ ਦੌਲਤ ਹੈ, ਸੰਪਤੀ ਹੈ, ਤੇ ਦੂਸਰੀ ਉਸ ਦੀ ਆਪ ਦੀ ਇੱਜ਼ਤ ਹੈ, ਤੇ ਤੀਸਰਾ ਜਿਹੜਾ ਹੈ ਉਹ ਉਸ ਦਾ ਸਰੀਰ ਹੈ। ਸਰੀਰ ਦਾ ਨੁਕਸਾਨ ਨਾ ਹੋ ਜਾਵੇ, ਸਰੀਰ ਹੈ ਜਿਹੜਾ ਇਹ ਕਿਤੇ ਖਤਮ ਨਾ ਹੋ ਜਾਵੇ, ਮਰ ਨਾ ਜਾਵੇ, ਇੱਜ਼ਤ ਨਾ ਕਿਤੇ ਰੁਲ ਜਾਵੇ, ਧਨ ਦੌਲਤ ਕਿਤੇ ਨੁਕਸਾਨ ਨਾ ਹੋ ਜਾਵੇ। ਇਹ ਸੰਸਾਰ ਦੇ ਡਰ ਨੂੰ ਲੈ ਕੇ ਮਨੁੱਖ ਪ੍ਰਭੂ ਪਰਮਾਤਮਾ ਤੋਂ ਦੂਰ ਹੋ ਜਾਂਦਾ ਹੈ, ਆਪਣੇ ਗੁਰੂ ਤੋਂ ਦੂਰ ਹੋ ਜਾਂਦਾ ਹੈ। ਇਹ ਡਰ ਨੇ ਜਿਹੜੇ ਤਿੰਨ ਪ੍ਰਕਾਰ ਦੇ, ਇਹ ਤਿੰਨ ਪ੍ਰਕਾਰ ਦੇ ਡਰ ਮਨੁੱਖ ਨੂੰ ਗੁਰੂ ਤੋਂ ਦੂਰ ਕਰ ਦਿੰਦੇ ਨੇ। ਤਾਂ ਕਰਕੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਜਿਹੜੇ ਗੁਰਮੁਖ ਪਿਆਰੇ ਨੇ ਆਪਣੇ ਗੁਰੂ ਦਾ ਡਰ ਹਿਰਦੇ ਦੇ ਅੰਦਰ ਵਸਾ ਲਿਆ ਨਾ, ਗੁਰੂ ਦੇ ਡਰ ਵਾਲਾ ਹੋ ਗਿਆ ਹੈ, ਉਹ ਭਾਈ ਇਹ ਸੰਸਾਰ ਸਾਗਰ ਦੇ ਡਰ ਤੋਂ ਪਾਰ ਹੋ ਗਿਆ। ਉਹਨੂੰ ਫਿਰ ਇਸ ਸੰਸਾਰ ਦਾ ਜਿਹੜਾ ਡਰ ਹੈ, ਇੱਜ਼ਤ ਆਬਰੂ ਦਾ, ਧਨ ਦੌਲਤ ਦਾ, ਤੇ ਹੋਰ ਭਾਈ ਇਹ ਸਰੀਰ ਦਾ, ਇਹ ਕੋਈ ਵੀ ਡਰ ਹੈ ਜਿਹੜਾ ਇਹ ਫਿਰ ਡੋਬ ਨਹੀਂ ਸਕਦਾ, ਇਹਦੇ ਤੋਂ ਤਰ ਜਾਣਾ ਹੈ। ਇਸ ਤਰ੍ਹਾਂ ਅਸੀਂ ਸੰਸਾਰ ਤੋਂ ਤਰਨਾ ਤੇ ਤਰਿਆ ਜਾਏਗਾ ਗੁਰੂ ਦੇ ਡਰ ਦੇ ਨਾਲ। ਜੇ ਗੁਰੂ ਦਾ ਡਰ ਅੰਦਰ ਹਿਰਦੇ 'ਚ ਵਸਿਆ ਹੋਇਆ, ਫਿਰ ਸੰਸਾਰ ਦੇ ਡਰ ਦੀ ਅਸੀਂ ਪਰਵਾਹ ਨਹੀਂ ਕਰਦੇ ਵੀ ਸਾਡਾ ਗੁਰੂ ਹੈ ਜਿਹੜਾ, ਗੁਰੂ ਦੀ ਸਾਡੇ ਤੇ ਕਿਰਪਾ ਬਣੀ ਰਵੇ, ਗੁਰੂ ਨਾਲ ਸਾਡੀ ਵਿੱਥੀ ਨਾ ਪਵੇ, ਸੰਸਾਰ ਜੋ ਕਰਦਾ ਕਰੀ ਜਾਵੇ, ਸੰਸਾਰ ਦੀ ਪਰਵਾਹ ਕੋਈ ਨਹੀਂ। ਪੈ ਸਾਗਰੋ ਪੈ ਸਾਗਰ ਤਰਿਆ, ਹਰ ਹਰ ਨਾਮ ਧਿਆਏ ਰਾਮ। ਤੇ ਇਹ ਤਰਿਆ ਕਿਵੇਂ ਜਾਏਗਾ? ਹਰੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ। ਜਦੋਂ ਅਸੀਂ ਸਿਮਰਨ ਕਰਦੇ ਹਾਂ, ਨਾਮ ਜਪਦੇ ਹਾਂ, ਇਹ ਸਾਰਾ ਗਿਆਨ, ਸਾਰੀ ਸੋਝੀ ਜਿਹੜੀ ਹੈ ਨਾ, ਇਹ ਉਦੋਂ ਆਉਂਦੀ ਹੈ ਤੇ ਫਿਰ ਮਨੁੱਖ ਜਿਹੜਾ ਹੈ ਇਹਨਾਂ ਵਚਨਾਂ ਦੇ ਵਿੱਚ ਵੀ ਦ੍ਰਿੜ ਉਦੋਂ ਹੁੰਦਾ ਹੈ। ਧੰਨ ਗੁਰਬਾਣੀ ਦੇ ਅੰਦਰ ਇੱਕ ਸ਼ਬਦ ਹੁੰਦਾ ਵੇਦਨਾ। ਇਹ ਵੇਦਨਾ ਜਿਹੜਾ ਸ਼ਬਦ ਹੈ, ਇਹਦੇ ਦੋ ਅਰਥ ਨੇ। ਵੇਦਨਾ ਦਾ ਅਰਥ ਗਿਆਨ ਵੀ ਹੈ ਤੇ ਵੇਦਨਾ ਦਾ ਅਰਥ ਦਰਦ ਵੀ ਹੈ। ਵੇਦਨਾ ਜਿਹੜੀ, ਇਹਦਾ ਅਰਥ ਦਰਦ ਵੀ ਹੈ, ਦੁੱਖ ਵੀ ਹੈ, ਡਰ ਵੀ ਹੈ, ਤੇ ਵੇਦਨਾ ਦਾ ਅਰਥ ਗਿਆਨ ਵੀ ਹੈ। ਜਿੱਥੇ ਡਰ ਹੋਏਗਾ ਉੱਥੇ ਗਿਆਨ ਦੀ ਉਤਪਤੀ ਹੋਏਗੀ। ਜਦੋਂ ਤੱਕ ਡਰ ਨਹੀਂ ਹੋਏਗਾ ਉਦੋਂ ਤੱਕ ਗਿਆਨ ਪੈਦਾ ਹੀ ਨਹੀਂ ਹੋ ਸਕਦਾ, ਕਿਉਂਕਿ ਗੱਲ ਜਿਹੜੀ ਉਹ ਡਰ ਦੀ ਚੱਲ ਰਹੀ ਹੈ। ਸਾਡੇ ਮੂੰਹ ਦੇ ਵਿੱਚ ਕਿੰਨੀਆਂ ਜਾੜਾਂ ਨੇ, ਅਸੀਂ ਕਦੀ ਉਹਨਾਂ ਨੂੰ ਸੰਭਾਲੇ ਹੀ ਨਹੀਂ, ਕਦੀ ਗਿਣੀਆਂ ਹੀ ਨਹੀਂ। ਵਿੰਗੀ ਟੇਢੀ ਅਸੀਂ ਕਦੀ ਉਹਨਾਂ ਦੀ ਗੌਰ ਹੀ ਨਹੀਂ ਕੀਤੀ। ਤੇ ਜੇ ਕਿਤੇ
ਜਾੜ ਦੇ ਵਿੱਚ ਦਰਦ ਹੋਣ ਲੱਗ ਜਾਏ ਤੇ ਉਂਗਲ ਸਾਰੀ ਰਾਤ ਉਸ ਜਾੜ ਦੇ ਉੱਤੇ ਟਿਕੀ ਰਹਿੰਦੀ ਹੈ। ਇਹ ਹੁਣ ਦਰਦ ਕਰਕੇ ਨਾ ਇਹ ਜਾੜ ਖਰਾਬ ਦਾ ਜਿਹੜਾ ਇਹ ਗਿਆਨ ਹੋਇਆ ਹੈ। ਜਦੋਂ ਤੱਕ ਮਨੁੱਖ ਨੂੰ ਦੁੱਖ ਨਾ ਹੋਵੇ, ਭੈ ਨਾ ਹੋਵੇ, ਡਰ ਨਾ ਹੋਵੇ, ਉਦੋਂ ਤੱਕ ਉਸ ਨੂੰ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਪਹਿਲੇ ਦਿਨ ਜਦੋਂ ਅਸੀਂ ਕੋਈ ਸਾਧਨ ਚਲਾਉਣ ਲੱਗਦੇ ਹਾਂ ਨਾ, ਚਲਾਉਣਾ ਸਿੱਖਦੇ ਹਾਂ, ਸਾਡੇ ਅੰਦਰ ਬੜਾ ਡਰ ਹੁੰਦਾ ਹੈ ਵੀ ਕਿਤੇ ਇੱਧਰ ਉੱਧਰ ਨਾ ਹੋ ਜਾਵੇ, ਕਿਤੇ ਨੁਕਸਾਨ ਨਾ ਹੋ ਜਾਵੇ, ਕਿਤੇ ਐਕਸੀਡੈਂਟ ਨਾ ਹੋ ਜਾਵੇ। ਬੜਾ ਡਰ ਕੇ ਚਲਾਉਂਦੇ ਹਾਂ। ਅਤੇ ਜਦੋਂ ਸਾਨੂੰ ਚਲਾਉਣੀ ਆ ਜਾਂਦੀ ਹੈ, ਗਿਆਨ ਹੋ ਜਾਂਦਾ ਹੈ, ਸੋਝੀ ਆ ਜਾਂਦੀ ਹੈ, ਅਤੇ ਫਿਰ ਉਹ ਡਰ ਜਿਹੜਾ ਦੂਰ ਹੋ ਜਾਂਦਾ ਹੈ। ਫਿਰ ਗਿਆਨ ਜੋ ਹੈ ਉਹ ਪ੍ਰਾਪਤ ਹੋ ਗਿਆ। ਜਦੋਂ ਗਿਆਨ ਪ੍ਰਾਪਤ ਹੋ ਗਿਆ ਫਿਰ ਧਿਆਨ ਨਿਖਰਨ ਲੱਗ ਗਿਆ। ਧਿਆਨ ਹੀ ਜਿਹੜਾ ਇਹ ਖਿੰਡਣ ਲੱਗ ਗਿਆ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹਨਾਂ ਨੂੰ ਪਕੜ ਦੇ ਵਿੱਚ ਲੈ ਕੇ ਆਉਣਾ ਕਰੀਏ, ਫਿਰ ਸ਼ਬਦ ਦੀ ਸਮਝ ਆਵੇਗੀ। ਮਨੁੱਖ ਦੇ ਅੰਦਰ ਡਰ ਹੋਵੇਗਾ, ਮਨੁੱਖ ਦਾ ਧਿਆਨ ਹੀ ਜਿਹੜਾ ਉਹ ਟਿਕੇਗਾ। ਧਿਆਨ ਟਿਕੇਗਾ ਤੇ ਉਹਨੂੰ ਗਿਆਨ ਪ੍ਰਾਪਤ ਹੋਏਗਾ। ਮਨੁੱਖ ਦੇ ਅੰਦਰ ਪਹਿਲੂ ਡਰ ਆਵੇਗਾ, ਡਰ ਦੇ ਨਾਲ ਉੱਥੇ ਉਹਦਾ ਧਿਆਨ ਟਿਕੇਗਾ, ਧਿਆਨ ਟਿਕੇਗਾ ਤੇ ਉਹਨੂੰ ਗਿਆਨ ਦੀ ਪ੍ਰਾਪਤੀ ਹੋਵੇਗੀ। ਜੇ ਧਿਆਨ ਨਹੀਂ ਟਿਕਦਾ, ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਜੇ ਡਰ ਨਹੀਂ ਹੈਗਾ ਤੇ ਫਿਰ ਧਿਆਨ ਨਹੀਂ ਟਿਕਦਾ। ਆ ਜਿਹੜੇ ਬੱਚੇ ਸਾਈਕਲ ਸਿੱਖਦੇ ਨੇ, ਹੁਣ ਤਾਂ ਸਾਈਕਲਾਂ ਦੇ ਸਾਈਡ ਤੇ ਟਾਇਰ ਬਣਾਏ ਹੋਏ ਨੇ, ਪਹਿਲੋਂ ਨਹੀਂ ਸਨ ਹੁੰਦੇ। ਉਹ ਅੱਧੀ ਕੈਂਚੀ, ਫਿਰ ਸਾਰੀ ਕੈਂਚੀ, ਫਿਰ ਡੰਡਾ ਤੇ ਫਿਰ ਸੀਟ ਤੇ ਚੜ੍ਹਨਾ ਚਲਾਉਣਾ ਸਾਈਕਲ ਸਿੱਖਦੇ ਸਨ। ਹੁਣ ਡਰ ਨਾ ਹੋਣ ਕਰਕੇ ਸਾਈਡ ਤੇ ਟਾਇਰ ਜੇ ਲੱਗੇ ਹੋਏ ਨੇ, ਤੇ ਪਰ ਫਿਰ ਵੀ ਬੱਚੇ ਨੂੰ ਡਰ ਜਿਹੜਾ ਹੈ, ਡਰ ਦੇ ਨਾਲ ਉਹਦਾ ਜਿਹੜਾ ਧਿਆਨ ਹੈ ਸਾਈਕਲ ਚਲਾਉਣ ਦੇ ਵਿੱਚ ਟਿਕਦਾ। ਸਾਈਕਲ ਚਲਾਉਣ ਦੇ ਵਿੱਚ ਟਿਕਦਾ ਤੇ ਉਹਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਜਦੋਂ ਗੁਰਮੁਖ ਪਿਆਰਿਆਂ ਨੂੰ ਬਾਣੀ ਪੜ੍ਹਦਿਆਂ ਮਨ ਦੇ ਵਿੱਚ ਡਰ ਹੋਵੇ ਵੀ ਕਿਤੇ ਲੱਗ ਕਰਨਾ ਵਾਧ ਘਾਟ ਨਾ ਹੋ ਜਾਵੇ, ਫਿਰ ਧਿਆਨ ਗੁਰਬਾਣੀ ਦੇ ਵਿੱਚ ਟਿਕਿਆ ਰਹਿੰਦਾ। ਜਦੋਂ ਧਿਆਨ ਗੁਰਬਾਣੀ ਦੇ ਵਿੱਚ ਟਿਕਿਆ ਰਹਿੰਦਾ, ਫਿਰ ਵਿਸ਼ਰਾਮ, ਲਘੂ ਦੀਰਘ, ਇਹ ਦੋ ਪ੍ਰਕਾਰ ਦੇ ਵਿਸ਼ਰਾਮ ਹੁੰਦੇ ਨੇ। ਇੱਕ ਲਘੂ ਵਿਸ਼ਰਾਮ ਹੁੰਦਾ, ਇੱਕ ਦੀਰਘ ਵਿਸ਼ਰਾਮ ਹੁੰਦਾ ਹੈ। ਇਹ ਦੋਵੇਂ ਪ੍ਰਕਾਰ ਦੇ ਵਿਸ਼ਰਾਮ, ਸ਼ੁੱਧ ਉਚਾਰਨ, ਇਹ ਸਾਰਾ ਜਿਹੜਾ ਇਹਦਾ ਸਾਰੇ ਦਾ ਗਿਆਨ ਹੋ ਜਾਂਦਾ ਹੈ। ਜਦੋਂ ਗਿਆਨ ਹੋ ਜਾਂਦਾ ਹੈ, ਗਿਆਨ ਦੀ ਪ੍ਰਾਪਤੀ ਹੋ ਜਾਂਦੀ ਤੇ ਮਨੁੱਖ ਦਾ ਇਹੀ ਲਕਸ਼ ਹੈ। ਸੋ ਗੁਰੂ ਮਹਾਰਾਜ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਸਾਨੂੰ ਇਹ ਦੱਸਿਆ, ਭੈ ਸਾਗਰੋ। ਉਹ ਪ੍ਰਭੂ ਪਰਮਾਤਮਾ ਜਿਹੜਾ ਹੈ ਉਹ ਭੈ ਦਾ ਸਾਗਰ ਹੈ। ਉਸ ਭੈ ਦੇ ਸਾਗਰ ਦਾ ਭੈ ਅਸੀਂ ਰੱਖਣਾ ਹੈ, ਉਸ ਭੈ ਨੂੰ ਅਸੀਂ ਧਾਰਨਾ ਹੈ। ਉਸ ਭੈ ਦੇ ਨਾਲ, ਉਸ ਡਰ ਦੇ ਨਾਲ ਸਾਡਾ ਧਿਆਨ ਪਰਮਾਤਮਾ ਦੇ ਨਾਲ ਜੁੜੇਗਾ। ਜਦੋਂ ਧਿਆਨ ਪਰਮਾਤਮਾ ਦੇ ਨਾਲ ਜੁੜੇਗਾ ਤੇ ਫਿਰ ਸਾਨੂੰ ਗਿਆਨ ਦੀ ਪ੍ਰਾਪਤੀ ਹੋਏਗੀ। ਭੈ ਸਾਗਰ ਧਰਿਆ, ਤੇ ਫਿਰ ਇਹ ਸੰਸਾਰ ਜਿਹੜਾ ਡਰ ਵਾਲਾ ਸਾਗਰ ਹੈ ਨਾ, ਇਸ ਨੂੰ ਪਾਰ ਕੀਤਾ ਜਾਂਦਾ ਹੈ। ਹੁਣ ਇਸ ਦੇ ਲਈ ਕਰਨਾ ਕਿ ਹਰ ਹਰ ਨਾਮ ਤੇ ਆਏ ਰਾਮ, ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਸਤਿਗੁਰ ਦੇ ਨਾਮ ਨੂੰ ਜਪਣਾ ਹੈ, ਨਾਮ ਨੂੰ ਧਿਆਉਣਾ ਹੈ। ਹੁਣ ਜੇ ਸਾਡੇ ਅੰਦਰ ਡਰ ਨਾ ਹੋਵੇ, ਫਿਰ ਸੁਰਤੇ ਜਿਹੜੀ ਉਹ ਸ਼ਬਦ ਦੇ ਨਾਲ ਨਹੀਂ ਟਿਕੇਗੀ। ਇੱਥੇ ਜਦੋਂ ਸਿਮਰਨ ਕਰਨਾ ਉਦੋਂ ਡਰ ਇਹ ਰੱਖਣਾ ਹੈ ਵੀ ਹੇ ਮੇਰਿਆ ਮਨਾ, ਸਵਾਸ ਬੜੇ ਥੋੜੇ ਰਹਿ ਗਏ ਨੇ, ਸਮਾਂ ਬੜਾ ਥੋੜਾ ਰਹਿ ਗਿਆ ਤੇ ਪ੍ਰਾਪਤੀ ਅਜੇ ਕੁਝ ਵੀ ਨਹੀਂ ਹੋਈ। ਕੰਮ ਜਿਹੜਾ ਉਹ ਜ਼ਿਆਦਾ ਪਿਆ ਹੋਵੇ ਤੇ ਦਿਨ ਜਿਹੜਾ ਉਹ ਛਿਪਣ ਵਾਲਾ ਹੋਵੇ, ਤੇ ਅਸੀਂ ਫਿਰ ਕਿੰਨੀ ਕਾਹਲੀ ਕਰਦੇ ਹਾਂ, ਕਿੰਨੇ ਧਿਆਨ ਦੇ ਨਾਲ, ਕਿੰਨੇ ਜ਼ੋਰ ਦੇ ਨਾਲ ਉਸ ਕੰਮ ਨੂੰ ਕਰਦੇ ਹਾਂ ਵੀ ਇਹ ਸੂਰਜ ਛਿਪਣ ਤੋਂ ਪਹਿਲਾਂ ਨੇਪਰੇ ਚੜਾ ਦੇਣਾ, ਇਹਨੂੰ ਪੂਰਾ ਕਰ ਦੇਣਾ ਹੈ। ਇਹ ਹੁਣ ਡਰ ਬਣ ਗਿਆ ਨਾ ਵੀ ਸਮਾਂ ਥੋੜ੍ਹਾ ਹੈ। ਉਸੇ ਤਰ੍ਹਾਂ ਸਾਡੇ ਅੰਦਰ ਇਸ ਗੱਲ ਦਾ ਡਰ ਹੋਣਾ ਚਾਹੀਦਾ ਵੀ ਉਮਰ ਥੋੜ੍ਹੀ ਰਹਿ ਗਈ ਹੈ, ਸਮਾਂ ਥੋੜ੍ਹਾ ਰਹਿ ਗਿਆ ਤੇ ਪ੍ਰਾਪਤੀ ਅਜੇ ਕੁਝ ਹੋਈ ਨਹੀਂ, ਪ੍ਰਾਪਤ ਕੁਝ ਕੀਤਾ ਨਹੀਂ। ਪ੍ਰਾਪਤ ਕੁਝ ਨਾ ਕੀਤਾ ਕਰਕੇ ਫਿਰ ਡਰ ਬਣੇਗਾ। ਡਰ ਜਦੋਂ ਬਣੇਗਾ, ਡਰ ਕਰਕੇ ਧਿਆਨ ਹੀ ਜਿਹੜਾ ਸ਼ਬਦ ਦੇ ਵਿੱਚ ਰੁਕੇਗਾ। ਜਦੋਂ ਸ਼ਬਦ ਦੇ ਵਿੱਚ ਧਿਆਨ ਰੁਕੇਗਾ ਤੇ ਫਿਰ ਉਸ ਪ੍ਰਭੂ ਪਰਮਾਤਮਾ ਦੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਜੀ। ਬੋਹਿਥੜਾ ਹਰ ਚਰਨ ਅਰਾਧੇ, ਮਿਲ ਸਤਿਗੁਰ ਪਾਰ ਲੰਘਾਈ ਰਾਮ। ਬੋਹਿਥੜਾ ਕਹਿੰਦੇ ਨੇ ਜਹਾਜ਼ ਨੂੰ, ਗੁਰੂ ਜੀ ਕਹਿੰਦੇ ਨੇ ਇੱਥੇ ਕੋਈ ਲੋਹੇ ਦਾ ਜਾਂ ਲੱਕੜ ਦਾ ਜਹਾਜ਼ ਨਹੀਂ ਹੈਗਾ। ਇੱਥੇ ਜਿਹੜਾ ਜਹਾਜ਼ ਹੈ ਉਸ ਪ੍ਰਭੂ ਪਰਮਾਤਮਾ ਦੇ ਨਾਮ ਦਾ ਜਹਾਜ਼ ਹੈ। ਤੇ ਜਿਹੜਾ ਧਿਆਨ ਨੇ ਸੁਰਤੇ ਉਸ ਪ੍ਰਭੂ ਪਰਮਾਤਮਾ ਦੇ ਸ਼ਬਦ ਦੇ ਵਿੱਚ, ਉਹਦੇ ਚਰਨਾਂ ਦੇ ਵਿੱਚ ਜੋੜ ਕੇ ਰੱਖਣੀ ਹੈ। ਬੋਹਿਥੜਾ ਹਰ ਚਰਨ ਅਰਾਧੇ, ਬਸ ਗੁਰਮੁਖਾ ਇਹੀ ਜਹਾਜ਼ ਹੈ
ਤੇ ਇਸ ਜਹਾਜ਼ ਦੇ ਉੱਤੇ ਜਿਹੜਾ ਨਾਮ ਜਪਦਾ ਹੋਇਆ ਸਵਾਰ ਹੋ ਜਾਂਦਾ, ਚੜ ਜਾਂਦਾ ਹੈ। ਮਿਲ ਸਤਿਗੁਰ ਪਾਰ ਲੰਘਾਏ ਰਾਮ। ਉਸ ਪ੍ਰਭੂ ਪਰਮਾਤਮਾ ਦਾ ਨਾਮ ਇਹ ਜਹਾਜ਼ ਹੈ ਤੇ ਗੁਰੂ ਮਹਾਰਾਜ ਜੀ ਦੀ ਪ੍ਰਾਪਤੀ ਵਾਲੇ ਹੋ ਕੇ ਗੁਰੂ ਜੀ ਕਿਰਪਾ ਕਰਦੇ ਨੇ, ਉਸ ਪਰਮਾਤਮਾ ਦੇ ਨਾਮ ਦੀ ਦਾਤ ਦਿੰਦੇ ਨੇ। ਇਹ ਨਾਮ ਹੀ ਗੁਰਮੁਖਾਂ ਨੂੰ ਇਹ ਸੰਸਾਰ ਸਾਗਰ ਦੇ ਵਿੱਚੋਂ ਪਾਰ ਲੰਘਾਉਂਦਾ ਹੈ ਜੀ। ਗੁਰ ਸ਼ਬਦੀ ਤਰੀਐ ਬਹੁੜ ਨ ਬਰੀਐ, ਚੁਕੈ ਆਵਣ ਜਾਣਾ। ਗੁਰੂ ਦੇ ਸ਼ਬਦ ਦੇ ਨਾਲ ਸੰਸਾਰ ਦੇ ਵਿੱਚ ਉਤਰਿਆ ਜਾਂਦਾ ਹੈ। ਜਿਹਨੇ ਗੁਰੂ ਦੇ ਸ਼ਬਦ ਦਾ ਲੜ ਪਕੜ ਲਿਆ ਹੈ, ਬਹੁੜ ਨਾ ਮਰੀਏ, ਉਹਦਾ ਜੰਮਣਾ ਤੇ ਮਰਨਾ ਜਿਹੜਾ ਹੈ ਉਹ ਨਹੀਂ ਹੁੰਦਾ। ਬਹੁੜ ਨਾ ਮਰੀਏ, ਫਿਰ ਉਹਦੀ ਅਧਿਆਤਮਿਕ ਦੀ ਮੌਤ ਵੀ ਨਹੀਂ ਹੁੰਦੀ। ਚੁੱਕੇ ਆਵਣ ਜਾਣਾ ਤੇ ਜੰਮਣਾ ਮਰਨਾ ਜਿਹੜਾ ਇਹ ਵੀ ਦੂਰ ਹੋ ਜਾਂਦਾ ਹੈ। ਮੈਂ ਇੱਕ ਵਾਰੀ ਫਿਰ ਥੋੜੀ ਜਿਹੀ ਮਿਹਨਤ ਕਰਾਂਗਾ ਤਾਂ ਕਿ ਗੱਲ ਦੀ ਸਮਝ ਆ ਜਾਵੇ। ਗੁਰੂ ਜੀ ਰਹਿਮਤ ਕਰਦੇ ਨੇ, ਸੰਸਾਰ ਜਿਹੜਾ ਇਹ ਬੜਾ ਡਰਾਉਣਾ ਹੈ। ਇੱਥੇ ਅਸੀਂ ਇੱਕ ਦੂਜੇ ਤੋਂ ਐਵੇਂ ਹੀ ਡਰੀ ਜਾਂਦੇ ਹਾਂ ਤੇ ਇਹ ਜਿਹੜਾ ਡਰਨਾ ਹੈ ਨਾ, ਇਹ ਸਾਡੇ ਮਨ ਦੀ ਅਵਸਥਾ ਕਰਕੇ ਡਰਦਾ ਹੈ। ਮਨ ਦੀ ਅਵਸਥਾ ਹੀ ਇਸ ਤਰ੍ਹਾਂ ਦੀ ਬਣੀ ਹੈ ਕਿ ਅਸੀਂ ਐਵੇਂ ਇੱਕ ਦੂਜੇ ਤੋਂ ਡਰੀ ਜਾਂਦੇ ਹਾਂ। ਤੇ ਗੁਰੂ ਜੀ ਰਹਿਮਤ ਕਰਦੇ ਨੇ, ਸੰਸਾਰ ਦਾ ਜਿਹੜਾ ਡਰ ਹੈ, ਜਿਹੜਾ ਐਵੇਂ ਇੱਕ ਦੂਜੇ ਤੋਂ ਡਰੀ ਜਾਂਦੇ ਹਾਂ, ਇਹ ਡਰ ਫਿਰ ਦੂਰ ਹੁੰਦਾ ਜੇ ਪ੍ਰਭੂ ਪਰਮਾਤਮਾ ਦਾ ਡਰ ਅੰਦਰ ਵਸਿਆ ਹੋਵੇ ਤਾਂ। ਜੇ ਪਰਮਾਤਮਾ ਦਾ ਡਰ ਅੰਦਰ ਵਸ ਜਾਵੇ ਤੇ ਫਿਰ ਸੰਸਾਰ ਦਾ ਜਿਹੜਾ ਭੈ ਹੈ ਇਹ ਨਹੀਂ ਹੁੰਦਾ। ਇਸ ਦੇ ਲਈ ਉਸ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਧਿਆਉਣਾ ਪਏਗਾ, ਜਪਣਾ ਪਏਗਾ, ਸਿਮਰਨ ਕਰਨਾ ਪਏਗਾ। ਸਿਮਰਨ ਕਿਵੇਂ ਕਰਨਾ ਹੈ? ਇਹ ਅੰਦਰ ਡਰ ਰੱਖਣਾ ਹੈ ਵੀ ਮੇਰੀ ਉਮਰ ਹੈ ਜਿਹੜੀ ਇਹ ਥੋੜ੍ਹੀ ਰਹਿ ਗਈ ਹੈ ਤੇ ਸਫ਼ਰ ਹੈ ਜਿਹੜਾ ਉਹ ਅੱਗੇ ਬੜਾ ਦੂਰ ਹੋਏ, ਪ੍ਰਾਪਤੀ ਕੁਝ ਵੀ ਨਹੀਂ ਹੋਈ। ਇਸ ਡਰ ਕਰਕੇ ਫਿਰ ਧਿਆਨ ਨਹੀਂ ਜਿਹੜਾ ਨਾਮ ਦੇ ਵਿੱਚ ਰੁਕਦਾ ਹੈ। ਜਦੋਂ ਧਿਆਨ ਨਾਮ ਦੇ ਵਿੱਚ ਰੁਕ ਗਿਆ ਤੇ ਫਿਰ ਨਾਮ ਤੋਂ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਇਹ ਜਹਾਜ਼ ਬਣ ਜਾਂਦਾ ਹੈ ਉਸ ਪ੍ਰਭੂ ਪਰਮਾਤਮਾ ਦੇ ਨਾਮ ਦਾ, ਚਰਨਾਂ ਦਾ। ਇਸ ਨੂੰ ਅਸੀਂ ਆਰਾਧਨਾ ਕਰਨਾ ਹੈ। ਮਿਲ ਸਤਿਗੁਰ ਪਾਰ ਲੰਘਾਏ ਰਾਮ। ਜਿਹੜੇ ਗੁਰਮੁਖ ਪਿਆਰੇ ਆਪਣੇ ਸੱਚੇ ਸਤਿਗੁਰ ਦੇ ਨਾਲ ਮਿਲੇ ਰਹਿੰਦੇ ਨੇ, ਭਾਵ ਗੁਰੂ ਵਾਲੇ ਰਹਿੰਦੇ ਨੇ, ਗੁਰ ਮਰਿਆਦਾ ਦੇ ਵਿੱਚ ਰਹਿੰਦੇ ਨੇ, ਉਹਨਾਂ ਨੂੰ ਗੁਰੂ ਕਿਰਪਾ ਕਰਦਾ, ਪਾਰ ਲੰਘਾ ਦਿੰਦਾ। ਉਹਨਾਂ ਦਾ ਇਹ ਸਫ਼ਰ ਜਿਹੜਾ ਇਹ ਸਫਲ ਹੋ ਜਾਂਦਾ ਹੈ। ਗੁਰ ਸ਼ਬਦੀ ਤਰੀਏ ਬਹੁੜ ਨਾ ਮਰੀਏ। ਗੁਰੂ ਦੇ ਸ਼ਬਦ ਦੇ ਨਾਲ ਇਹ ਸੰਸਾਰ ਸਾਗਰ ਤੋਂ ਤਰਿਆ ਜਾਂਦਾ ਹੈ ਤੇ ਦੁਬਾਰਾ ਫਿਰ ਅਧਿਆਤਮਿਕ ਦੀ ਮੌਤ ਨਹੀਂ ਹੁੰਦੀ, ਭਾਵ ਮਨ ਦੇ ਵਿੱਚ ਗਿਆਨ ਵਾਲੀ ਅਵਸਥਾ ਬਣੀ ਰਹਿੰਦੀ ਹੈ। ਚੁੱਕੇ ਆਵਣ ਜਾਣਾ, ਇਸ ਦੇ ਨਾਲ ਜਿਹੜਾ ਆਉਣਾ ਤੇ ਜਾਣਾ, ਜੰਮਣਾ ਮਰਨਾ, ਇਹ ਵੀ ਦੂਰ ਹੋ ਜਾਂਦਾ ਹੈ ਜੀ। ਜੋ ਕਿਛ ਕਰੈ ਸੋਈ ਭਲ ਮਾਨੋ, ਤਾ ਮਨ ਸਹਿਜ ਸਮਾਣਾ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਜੇ ਸਾਡੇ ਮਨ ਦੀ ਇਹ ਤਮੰਨਾ ਹੈ ਨਾ, ਸਾਡਾ ਮਨ ਜਿਹੜਾ ਉਹ ਸਹਿਜ ਅਵਸਥਾ ਦੇ ਵਿੱਚ ਸਮਾਇਆ ਰਵੇ, ਉਹਦੇ ਅੰਦਰ ਸਹਿਜ ਅਵਸਥਾ ਬਣੀ ਰਵੇ, ਮਨ ਜਿਹੜਾ ਇਹ ਗਿਆਨਵਾਨ ਹੋ ਕੇ ਵਿਚਰਦਾ ਰਵੇ, ਤੇ ਫਿਰ ਤੈਨੂੰ ਇਹ ਕੰਮ ਜਿਹੜਾ ਇਹ ਅੱਤ ਦਾ ਜ਼ਰੂਰੀ ਕਰਨਾ ਪਏਗਾ। ਕਿਹੜਾ? ਜੋ ਕੁਛ ਕਰੇ ਸੋਈ ਭਲ ਮਾਨੋ। ਪਹਿਲੋਂ ਤਾਂ ਉਸ ਪ੍ਰਭੂ ਪਰਮਾਤਮਾ ਦੇ ਕੀਤੇ ਨੂੰ ਸੱਤ ਕਰਕੇ ਮੰਨਣਾ ਕਰ। ਇਸ ਤਰ੍ਹਾਂ ਮੰਨਣਾ ਕਰ ਵੀ ਉਹ ਜੋ ਵੀ ਕਰ ਰਹੇ ਹੈ ਨਾ, ਉਹ ਮੇਰੇ ਭਲੇ ਲਈ ਕਰ ਰਹੇ ਹੈ। ਇਹ ਉਹਦੇ ਕਰਨ ਦੇ ਵਿੱਚ ਹੀ ਮੇਰਾ ਭਲਾ ਹੈ। ਮੈਂ ਉਸ ਦੇ ਕੀਤੇ ਦੇ ਵਿੱਚ ਕੋਈ ਵੀ ਕਿੰਤੂ ਪਰੰਤੂ ਨਾ ਕਰਾਂ ਤਾਂ ਮਨ ਸਹਿਜ ਸਮਾਣਾ। ਫਿਰ ਗੁਰਮੁਖ ਪਿਆਰਿਆ, ਤੇਰਾ ਮਨ ਸਹਿਜ ਦੇ ਵਿੱਚ ਸਮਾਇਆ ਰਹੇਗਾ ਜੀ। ਦੁਖ ਨਾ ਭੂਖ ਨਾ ਰੋਗ ਨਾ ਵਿਆਪੈ, ਸੁਖ ਸਾਗਰ ਸ਼ਰਣੀ ਪਾਏ। ਦੁੱਖ ਨਾ, ਦੁੱਖ ਕਾਹਦਾ ਹੈ? ਦੁੱਖ ਜਿਹੜਾ ਹੈ ਇਹ ਜੰਮਣ ਮਰਨ ਦਾ ਸਭ ਤੋਂ ਵੱਡਾ ਦੁੱਖ ਹੈ। ਦੁੱਖ ਨਾ। ਦੂਸਰਾ ਦੁੱਖ ਹੈ ਜਿਹੜਾ ਉਹ ਸੰਸਾਰ ਦੇ ਅੰਦਰ ਮਨੁੱਖ ਨੂੰ ਆਪਣੇ ਜੀਵਨ ਦੇ ਵਿੱਚ ਵਿਚਰਦਿਆਂ ਹੋਇਆਂ ਅਨੇਕ ਪ੍ਰਕਾਰ ਦੇ ਦੁੱਖ ਨੇ ਜਿਹੜੇ ਉਹ ਹੁੰਦੇ ਨੇ। ਕਿਤੇ ਪਰਿਵਾਰਿਕ ਦੁੱਖ ਹੈ, ਕਿਤੇ ਸਰੀਰਕ ਦੁੱਖ ਹੈ, ਕਿਤੇ ਸਮਾਜਿਕ ਦੁੱਖ ਹੈ, ਕਿਤੇ ਕੀਰਤੀ ਦੁੱਖ ਹੈ। ਦੁੱਖ ਨਾ, ਭੂਖ ਨਾ। ਫਿਰ ਮਨੁੱਖ ਦਾ ਮਨ ਜਿਹੜਾ ਇਹ ਭੁੱਖਾ ਨਹੀਂ ਰਹਿੰਦਾ, ਸੰਤੋਖ ਦੇ ਵਿੱਚ ਆ ਜਾਂਦਾ ਹੈ, ਸਬਰ ਦੇ ਵਿੱਚ ਆ ਜਾਂਦਾ ਹੈ। ਦੁੱਖ ਨਾ। ਜੋ ਅਸੀਂ ਪਾਪ ਕਰਦੇ ਹਾਂ, ਕੀਤੇ ਹੋਏ ਪਾਪ ਨੇ ਜਿਹੜੇ ਉਹ ਦੁੱਖ ਰੂਪ ਹੋ ਕੇ ਸਾਨੂੰ ਭੋਗਣੇ ਪੈਂਦੇ ਨੇ। ਇਹ ਪਾਪਾਂ ਤੋਂ ਪ੍ਰਾਣੀ ਦਾ ਖਹਿੜਾ ਛੁੱਟ ਜਾਂਦਾ ਹੈ, ਪਾਪ ਮਾਫ ਹੋ ਜਾਂਦੇ ਨੇ, ਗੁਨਾਹ ਮਾਫ ਹੋ ਜਾਂਦੇ ਨੇ, ਇਹ ਦੁੱਖ ਵੀ ਦੂਰ ਹੋ ਜਾਂਦਾ ਹੈ। ਭੂਖ ਨਾ। ਮਨੁੱਖ ਦੇ ਅੰਦਰ ਸੰਤੋਖ ਆ ਜਾਂਦਾ ਹੈ, ਫਿਰ ਉਹਨੂੰ ਕੋਈ ਭੁੱਖ ਨਹੀਂ ਰਹਿੰਦੀ।
ਜਿਵੇਂ ਭਗਤ ਕਬੀਰ ਜੀ ਦਾ ਸ਼ਬਦ ਹੈ ਕਬੀਰ ਸਾਗਰ ਗ੍ਰੰਥ ਦੇ ਅੰਦਰ, ਗੋ ਧਨ ਗਜ ਧਨ ਰਤਨ ਧਨ ਖਾਨ, ਕਹਿੰਦਾ ਗਾਈਆਂ ਵੀ ਘਰੇ ਬਹੁਤ ਹੋਣ, ਸਵਾਰੀਆਂ ਜਿਹੜੀਆਂ ਨੇ ਹਾਥੀ ਊਠ ਘੋੜੇ ਇਹ ਵੀ ਬੜੀਆਂ ਘਰੇ ਹੋਣ, ਤੇ ਖਜ਼ਾਨਾ ਜਿਹੜਾ ਮਾਇਆ ਵਾਲਾ ਉਹ ਵੀ ਹੀਰੇ ਰਤਨ ਜਵਾਹਰ ਦੇ ਨਾਲ ਭਰਿਆ ਹੋਵੇ। ਜਬ ਆਵੇ ਸੰਤੋਖ ਧਨ, ਪਰ ਜਦੋਂ ਸੰਤੋਖ ਧਨ ਆ ਜਾਂਦਾ ਨਾ, ਸਭ ਧਨ ਧੂਰੀ ਸਮਾਨ, ਬਾਕੀ ਸਾਰੇ ਧਨ ਨੇ ਜਿਹੜੇ ਉਹ ਸੁਆਹ ਹੋ ਜਾਂਦੇ ਨੇ, ਖੇ ਹੋ ਜਾਂਦੇ ਨੇ, ਭਾਵ ਉਹਨਾਂ ਦੇ ਵਿੱਚ ਫਿਰ ਮਨ ਨਹੀਂ ਲੱਗਦਾ। ਉਸ ਤੋਂ ਪਹਿਲਾਂ ਤਾਂ ਫਿਰ ਕੀ ਹੁੰਦਾ ਹੈ, ਆ ਇੰਨਾ ਕੁ ਹੋਰ ਬਣ ਜੇ, ਆ ਹੋਰ ਇੱਕ ਲੈ ਆਈਏ, ਹੋਰ ਦੀ ਭਾਵਨਾ ਜਿਹੜੀ ਹੈ ਇਹ ਭੁੱਖ ਹੈ, ਇਹ ਭੁੱਖ ਸੰਤੋਖ ਦੇ ਨਾਲ ਖਤਮ ਹੁੰਦੀ ਹੈ। ਰੋਗ ਨਾ ਬੁਕਾਰਾਂ ਦਾ ਬਰਿਆਈਆਂ ਦਾ ਰੋਗ ਇਹ ਵਿਆਪੇ, ਇਹ ਵੀ ਨਹੀਂ ਮਨੁੱਖ ਨੂੰ ਲੱਗਦੇ। ਸੁਖ ਸਾਗਰ, ਹੁਣ ਵੇਖੋ ਜਿਹਨੂੰ ਗੁਰੂ ਮਹਾਰਾਜ ਜੀ ਨੇ ਪਹਿਲੋਂ ਭੈ ਸਾਗਰ ਉਹ ਦੱਸਿਆ ਸੀ, ਉਹ ਸੁਖ ਸਾਗਰ ਸਰ ਨਹੀਂ ਪਾਏ, ਉਹ ਸੁੱਖਾਂ ਦਾ ਸਾਗਰ ਬਣ ਗਿਆ, ਉਹਦੀ ਸ਼ਰਨ ਦੇ ਵਿੱਚ ਆ ਗਏ ਆ। ਇਹ ਸੁੱਖਾਂ ਦਾ ਸਾਗਰ ਕਿਵੇਂ ਬਣ ਗਿਆ, ਇਹਨੂੰ ਇਸ ਤਰ੍ਹਾਂ ਸਮਝ ਲਓ, ਇੱਕ ਬੱਚਾ ਹੈ, ਉਹ ਬੱਚਾ ਜਿਹੜਾ ਉਹ ਗਲਤੀ ਕਰਦਾ ਹੈ ਤੇ ਮਾਤਾ ਨੇ ਉਹਦੇ 5-7 ਫੜ ਕੇ ਲਾ ਦਿੱਤੀਆਂ ਨੇ। ਹੁਣ ਮਾਤਾ ਤੋਂ ਉਹਨੂੰ ਡਰ ਆਉਣ ਲੱਗ ਗਿਆ, ਭੈ ਆਉਣ ਲੱਗ ਗਿਆ। ਉਹ ਭੈ ਦਾ ਮਾਰਾ ਮਾਤਾ ਦੀ ਗੋਦ ਦੇ ਵਿੱਚ ਹੀ ਰਹਿੰਦਾ ਹੈ, ਮਾਤਾ ਤੋਂ ਦੂਰ ਨਹੀਂ ਜਾਂਦਾ, ਗਲਤੀ ਨਹੀਂ ਕਰਦਾ, ਤੇ ਮਾਤਾ ਤੋਂ ਉਹਨੂੰ ਸੁੱਖ ਪ੍ਰਾਪਤ ਹੋਣ ਲੱਗ ਗਏ। ਹੁਣ ਮਾਂ ਉਹੀ ਹੈ, ਬੱਚਾ ਵੀ ਉਹੀ ਹੈ, ਬਸ ਜਿਹੜੀ ਪਰਿਸਥਿਤੀ ਹੈ ਨਾ ਉਹਦੇ ਵਿੱਚ ਪਰਿਵਰਤਨ ਹੋਇਆ ਹੈ। ਅੱਗੇ ਬੱਚਾ ਗਲਤੀਆਂ ਕਰਦਾ ਸੀ ਤੇ ਮਾਤਾ ਪਿਤਾ ਤੋਂ ਡਰਦਾ ਸੀ, ਕੁੱਟ ਪੈਂਦੀ ਸੀ, ਝਿੜਕਾਂ ਪੈਂਦੀਆਂ ਸਨ। ਹੁਣ ਆਪਣੀ ਪਰਿਸਥਿਤੀ ਹੈ ਜਿਹੜੀ ਉਹਨੂੰ ਬਦਲ ਲਿਆ, ਜਿਸ ਕਰਕੇ ਹੁਣ ਮਾਤਾ ਪਿਤਾ ਦਾ ਪਿਆਰ ਮਿਲਣ ਲੱਗੇ। ਸੋ ਗੁਰੂ ਜੀ ਰਹਿਮਤ ਕਰਦੇ ਨੇ, ਸੁਖ ਸਾਗਰ ਸਰਨੀ ਪਾਏ। ਇਸ ਤਰ੍ਹਾਂ ਮੇਰਾ ਗੁਰੂ ਸੁੱਖਾਂ ਦਾ ਸਾਗਰ ਹੈ ਤੇ ਆਪਣੀ ਸਰਨੀ ਵਿੱਚ ਲੈ ਲੈਂਦਾ ਹੈ ਜੀ। ਹਾਰ ਸਿਮਰ ਸਿਮਰ ਨਾਨਕ ਰੰਗ ਰਤਾ, ਮਨ ਕੀ ਚਿੰਤ ਮਿਟਾਏ। ਗੁਰੂ ਜੀ ਰਹਿਮਤ ਕਰਦੇ ਨੇ, ਹਰ ਸਿਮਰ, ਸਿਮਰ ਦਾ ਅਰਥ ਹੁੰਦਾ ਚੇਤੇ ਕਰਨਾ, ਯਾਦ ਕਰਨਾ। ਜਦੋਂ ਅਸੀਂ ਉਸ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਚੇਤੇ ਕਰਦੇ ਹਾਂ, ਉਸ ਨੂੰ ਯਾਦ ਕਰਦੇ ਹਾਂ, ਫਿਰ ਉਸ ਪਰਮਾਤਮਾ ਦੇ ਰੰਗ ਦੇ ਵਿੱਚ ਰੰਗੇ ਜਾਂਦੇ ਹਾਂ। ਤੇ ਜਦੋਂ ਰੰਗ ਦੇ ਵਿੱਚ ਰੰਗੇ ਜਾਂਦੇ ਹਾਂ, ਮਨ ਕੀ ਚਿੰਤ ਮਿਟਾਏ, ਫਿਰ ਮਨ ਦੇ ਵਿੱਚ ਕੋਈ ਚਿੰਤਾ ਫਿਕਰ ਨਹੀਂ ਰਹਿੰਦਾ। ਇਹ ਚਿੰਤਾ ਜਿਹੜੀ ਇਹ ਵੀ ਮਨ ਦੀ ਹੀ ਪਰਿਸਥਿਤੀ ਹੈ। ਜਿਵੇਂ ਡਰ ਸੀ ਨਾ, ਡਰ ਜਿਹੜਾ ਉਹ ਵੀ ਮਨ ਦੀ ਪਰਿਸਥਿਤੀ ਹੈ, ਕੋਈ ਵੱਡੀ ਬਾਹਲੀ ਗੱਲ ਨਹੀਂ। ਬਸ ਆਪਣਾ ਮਨ ਜਿਹੜਾ ਉਹ ਦੂਜੇ ਤੋਂ ਵੇਖ ਕੇ ਡਰ ਜਾਂਦਾ ਹੈ, ਤੇ ਦੂਜੇ ਦਾ ਮਨ ਜਿਹੜਾ ਉਹ ਸਾਡੇ ਤੋਂ ਵੇਖ ਕੇ ਡਰ ਜਾਂਦਾ ਹੈ। ਇਸ ਤਰ੍ਹਾਂ ਇੱਕ ਦੂਜੇ ਤੋਂ ਡਰ ਪੈਦਾ ਹੁੰਦਾ ਹੈ। ਇਹ ਮਨ ਦੀ ਪਰਿਸਥਿਤੀ ਹੈ। ਨਾ ਤਾਂ ਅਸੀਂ ਕਿਸੇ ਨੂੰ ਕੁਝ ਆਖਿਆ, ਨਾ ਕਿਸੇ ਨੇ ਸਾਨੂੰ ਕੁਝ ਆਖੀਏ। ਇਸੇ ਤਰ੍ਹਾਂ ਮਨ ਜਿਹੜਾ ਇਹਦੀ ਵੀ ਚਿੰਤਾ ਦੀ ਹੈ ਜਿਹੜੀ ਇਹ ਇੱਕ ਪਰਿਸਥਿਤੀ ਹੈ ਮਨ ਦੀ। ਤੇ ਚਿੰਤਾ ਜਿਹੜੀ ਇਹ ਹੋਣ ਵਾਲੇ ਕੰਮ ਦੇ ਵਿੱਚ ਹੁੰਦੀ ਹੈ। ਜਦ ਅਸੀਂ ਕੋਈ ਕੰਮ ਕਰ ਰਹੇ ਹਾਂ ਉਹਦੇ ਵਿੱਚ ਚਿੰਤਾ ਹੈ, ਤੇ ਜਾਂ ਹੋਣ ਵਾਲੇ ਕੰਮ ਦੇ ਵਿੱਚ ਚਿੰਤਾ ਹੈ। ਹੁਣ ਜਦੋਂ ਮਨ ਦੇ ਵਿੱਚ ਚਿੰਤਾ ਹੈ ਤੇ ਫਿਰ ਪ੍ਰਭੂ ਪਰਮਾਤਮਾ ਦਾ ਚੇਤਾ ਨਹੀਂ ਆਏਗਾ। ਵਾਹਿਗੁਰੂ ਦਾ ਚੇਤਾ ਤਾਂ ਹੀ ਆਉਂਦਾ, ਵਾਹਿਗੁਰੂ ਦੀ ਜ਼ਿਆਦਾ ਹੈ ਤਾਂ ਹੀ ਆਉਂਦੀ ਹੈ ਜੇ ਸਾਡੇ ਅੰਦਰ ਦੀ ਚਿੰਤਾ ਦੂਰ ਹੋਵੇ। ਮਨ ਫਿਰ ਜਿਹੜਾ ਪ੍ਰਭੂ ਪਰਮਾਤਮਾ ਦੇ ਨਾਮ ਦੇ ਵਿੱਚ, ਪ੍ਰੇਮ ਦੇ ਵਿੱਚ ਰੰਗਿਆ ਜਾਂਦਾ ਹੈ। ਚਿੰਤਾ ਦੇ ਪਰਥਾਏ ਗੁਰਮੁਖ ਪਿਆਰੇ ਨੇ 2 ਤੁਕਾਂ ਲਿਖੀਆਂ ਨੇ। ਲਿਖਦਾ ਹੈ, ਚਿੰਤਾ ਚਿਖਾ ਬਰਾਬਰੀ, ਕੇਲੇ ਮੁੱਢ ਕਰੀਰ। ਚਿੰਤਾ ਚਿਖਾ ਬਰਾਬਰੀ, ਇਹ ਦੋਵੇਂ ਬਰਾਬਰ ਨੇ। ਭਾਵੇਂ ਚਿੰਤਾ ਤੇ ਭਾਵੇਂ ਚਿਖਾ, ਇਹ ਦੋਵੇਂ ਬਰਾਬਰ ਨੇ। ਤੇ ਫਿਰ ਜਦੋਂ ਬਰਾਬਰ ਨੇ ਤੇ ਇਹਨਾਂ 'ਚ ਫਰਕ ਕੀ ਹੈ? ਇੱਕ ਨੂੰ ਚਿੰਤਾ ਆਖਦੇ ਨੇ, ਇੱਕ ਨੂੰ ਚਿਖਾ ਆਖਦੇ ਨੇ। ਕਹਿੰਦਾ ਫਰਕ ਇਹ ਹੈ ਕਿ ਚਿਖਾ ਜਿਹੜੀ ਇਹ ਮਰੇ ਨੂੰ ਸਾੜਦੀ ਹੈ, ਤੇ ਚਿੰਤਾ ਜਿਹੜੀ ਇਹ ਜਿਉਂਦੇ ਨੂੰ ਸਾੜਦੀ ਹੈ। ਸਾੜਦੀਆਂ ਦੋਵੇਂ ਨੇ, ਇੱਕ ਜਿਉਂਦੇ ਨੂੰ ਸਾੜਦੀ, ਇੱਕ ਮਰੇ ਨੂੰ ਸਾੜਦੀ ਹੈ। ਚਿੰਤਾ ਚਿਖਾ ਬਰਾਬਰੀ, ਜੋ ਕੇਲੇ ਮੁੱਢ ਕਰੀਰ। ਫਿਰ ਕਹਿੰਦਾ ਹੈ ਕਿ ਇਹਨਾਂ ਦਾ ਆਪਸ ਦੇ ਵਿੱਚ, ਚਿੰਤਾ ਦਾ ਤੇ ਮਨ ਦਾ ਮੇਲ ਇਸ ਤਰ੍ਹਾਂ ਦਾ ਹੈ ਕਿ ਜਿਵੇਂ ਕੇਲੇ ਦੇ ਮੁੱਢ ਦੇ ਵਿੱਚ ਕਰੀਰ ਦਾ ਬੂਟਾ ਹੋਵੇ। ਇਹ ਕਰੀਰ ਨੂੰ ਨਾ ਕੰਡੇ ਲੱਗੇ ਹੁੰਦੇ ਨੇ, ਤੇ ਇਹ ਕੇਲੇ ਦੇ ਮੁੱਢ ਦੇ ਵਿੱਚ ਹੋਵੇ, ਬੜਾ ਖਰਬਾ ਜਿਹਾ ਰੁੱਖ ਹੁੰਦਾ ਹੈ। ਉਹ ਝੂਲੇ ਉਹ ਚੀਰੀਏ। ਹੁਣ ਜਦੋਂ ਹਵਾ ਆਉਂਦੀ ਏ ਤੇ ਕਰੀਰ ਵਿਚਾਰੇ ਦਾ ਕੀ ਕਸੂਰ, ਇਹਨੇ ਤੇ ਝੂਲਣਾ ਹੀ ਹੈ, ਹਿੱਲਣਾ ਹੀ ਹੈ। ਪਰ ਇਹਦੇ ਝੂਲਣ ਦੇ ਨਾਲ, ਹਿੱਲਣ ਦੇ ਨਾਲ ਜਿਹੜਾ ਕੇਲਾ ਹੈ ਨਾ ਉਹ ਚੀਰਿਆ ਜਾਂਦਾ ਹੈ।
ਹੁਣ ਚਿੰਤਾ ਹੈ ਜਿਹੜੀ, ਚਿੰਤਾ ਦਾ ਇਹ ਸੁਭਾਅ ਹੈ, ਇਹਦੇ ਵਿੱਚ ਜਦੋਂ ਤ੍ਰਿਸ਼ਨਾ ਦੀ ਹਵਾ, ਲਾਲਸਾ ਦੀ ਹਵਾ ਵਗਦੀ ਹੈ ਤੇ ਇਹ ਝੂਲਦੀ ਹੈ ਤੇ ਚੀਰਿਆ ਮਨ ਜਾਂਦਾ ਹੈ। ਜ਼ਖਮ ਹੈ ਜਿਹੜਾ ਉਹ ਮਨ ਨੂੰ ਹੁੰਦਾ ਹੈ, ਜ਼ਖਮੀ ਮਨ ਹੁੰਦਾ ਹੈ। ਸੋ ਇਸ ਤਰ੍ਹਾਂ ਚਿੰਤਾ ਚਿਖਾ ਬਰਾਬਰੀ, ਜੋ ਕੇਲੇ ਮੁੱਢ ਕਰੀਰ, ਉਹ ਝੂਲੇ ਉਹ ਚੀਰੀਏ, ਚੋਟਾਂ ਸਹੈ ਸਰੀਰ। ਤੇ ਫਿਰ ਉਹਦਾ ਦੁੱਖ ਹੈ ਨਾ ਜਿਹੜਾ, ਉਹ ਸਾਡੇ ਸਰੀਰ ਨੂੰ ਸਹਾਰਨਾ ਪੈਂਦਾ ਹੈ। ਹੁਣ ਝੂਲਿਆ ਜਿਹੜਾ ਚਿੰਤਾ ਅੰਦਰ ਬਣੀ ਹੈ, ਉਹ ਚਿੰਤਾ ਜਿਹੜੀ ਵਾਸਨਾ ਤ੍ਰਿਸ਼ਨਾ ਦੇ ਨਾਲ ਝੂਲੀ ਹੈ। ਚਿੰਤਾ ਦੁੱਖ ਨੂੰ, ਚਿੰਤਾ ਹੋ ਗਈ ਹੈ, ਫਿਕਰ ਹੋ ਗਿਆ, ਉਹਦੇ ਨਾਲ ਝੂਲੀ ਹੈ ਤੇ ਮਨ ਨੂੰ ਜਿਹੜਾ ਨਾ ਉਹਨੇ ਚੀਰ ਦਿੱਤਾ। ਜਦੋਂ ਮਨ ਚੀਰਿਆ ਗਿਆ ਤੇ ਉਹ ਦੁੱਖ ਹੈ ਜਿਹੜਾ, ਉਹ ਫਿਰ ਸਾਡੇ ਸਰੀਰ ਨੂੰ ਭੋਗਣਾ ਪੈਂਦਾ ਹੈ। ਸੋ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਇਹ ਵੀ ਇੱਕ ਵੱਡਾ ਰੋਗ ਹੈ, ਮਨ ਕੀ ਚਿੰਤ ਮਟਾਏ। ਇਹਦੇ ਨਾਲ ਨਾ ਮਨ ਦੀ ਚਿੰਤਾ ਜਿਹੜੀ ਉਹ ਖਤਮ ਹੋ ਜਾਂਦੀ, ਭਾਵ ਮਨ ਹੈ ਜਿਹੜਾ ਇਹ ਨਿਰੋਗ ਹੋ ਜਾਂਦਾ ਹੈ। ਕਾਹਦੇ ਨਾਲ? ਹਰ ਸਿਮਰ ਸਿਮਰ ਨਾਨਕ ਰੰਗ ਰਾਤਾ। ਜਿਹੜਾ ਵਾਹਿਗੁਰੂ ਵਾਹਿਗੁਰੂ ਕਰਦਾ ਉਹਦੇ ਪਰਮਾਤਮਾ ਦੇ ਰੰਗ ਦੇ ਵਿੱਚ ਰੰਗਿਆ ਗਿਆ ਹੈ। ਰੰਗ ਰਾਤਾ ਦਾ ਅਰਥ ਹੁੰਦਾ ਰੰਗ ਦੇ ਵਿੱਚ ਰੰਗੇ ਜਾਣਾ। ਤੇ ਜਦੋਂ ਮਨ ਰੰਗ ਦੇ ਵਿੱਚ ਰੰਗਿਆ ਜਾਂਦਾ ਹੈ ਨਾ, ਫਿਰ ਇਹਨੂੰ ਹੋਰ ਕੋਈ ਰੰਗ ਚੜ੍ਹਦਾ ਹੀ ਨਹੀਂ। ਹਰ ਸਿਮਰ, ਉਹਨੂੰ ਚੇਤੇ ਕਰਨਾ ਪਏਗਾ, ਵਾਹਿਗੁਰੂ ਨੂੰ ਚੇਤੇ ਕਰਨਾ ਪਏਗਾ। ਫਿਰ ਉਹ ਪਰਮਾਤਮਾ ਦਾ ਰੰਗ ਜਿਹੜਾ ਮਨ ਨੂੰ ਚੜ੍ਹ ਜਾਂਦਾ ਹੈ, ਜਿਹਦੇ ਨਾਲ ਚਿੰਤਾ ਫਿਕਰ ਜਿਹੜੀ ਇਹ ਦੂਰ ਹੋ ਜਾਂਦੀ ਹੈ ਜੀ। ਸੰਤ ਜਨਾ ਹਰ ਮੰਤਰ ਦਰੜਾਇਆ, ਹਰ ਸਾਜਨ ਵਸਗਤ ਕੀਨੇ ਰਾਮ। ਦਰੜਾਇਆ ਦਾ ਅਰਥ ਹੁੰਦਾ ਪੱਕਿਆ ਕਰਨਾ। ਕਿਸੇ ਨੂੰ ਪੱਕਿਆ ਕਰ ਦੇਣਾ ਬਈ ਤੈਨੂੰ ਆ ਕਰਨਾ ਜਿਹੜਾ ਨਾ ਇਹ ਜ਼ਰੂਰੀ ਹੈ। ਸੰਤ ਜਨਾ, ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਹਰ ਮੰਤਰ ਦੜਾਇਆ। ਗੁਰੂ ਨੇ ਸਾਨੂੰ ਹਰੀ ਪਰਮਾਤਮਾ ਦੇ ਮੰਤਰ ਦੇ ਵਿੱਚ ਪੱਕਿਆ ਕੀਤਾ ਹੈ। ਗੁਰਸਿੱਖਾਂ ਦੇ ਦੋ ਮੰਤਰ ਨੇ, ਇੱਕ ਵਾਹਿਗੁਰੂ ਮੰਤਰ ਜਿਹਨੂੰ ਗੁਰ ਮੰਤਰ ਆਖਿਆ ਜਾਂਦਾ ਹੈ, ਦੂਜਾ ਮੂਲ ਮੰਤਰ ਜੋ ਸਾਰੇ ਮੰਤਰਾਂ ਦਾ ਮੂਲ ਹੈ, ਮੁੱਢ ਹੈ, ਭਾਵ ਜੋ ਸਭ ਤੋਂ ਵੱਡਾ ਹੈ, ਜਿਸ ਦੇ ਬਰਾਬਰ ਹੋਰ ਕੋਈ ਮੰਤਰ ਹੀ ਨਹੀਂ। ਸੰਤ ਜਨਾ ਹਰ ਮੰਤਰ ਦ੍ਰਿੜਾਇਆ। ਗੁਰੂ ਨੇ ਕਿਰਪਾ ਕੀਤੀ ਹੈ, ਸਾਨੂੰ ਵਾਹਿਗੁਰੂ ਮੰਤਰ ਜਿਹੜਾ ਇਹਦੇ ਵਿੱਚ ਪੱਕਿਆਂ ਕਰ ਦਿੱਤਾ ਵੀ ਗੁਰਮੁਖ ਪਿਆਰਿਆ, ਵਾਹਿਗੁਰੂ ਵਾਹਿਗੁਰੂ ਹੀ ਸਿਮਰਨਾ ਹੈ, ਵਾਹਿਗੁਰੂ ਦਾ ਜਪ ਕਰਨਾ ਹੈ। ਹਰ ਸਾਜਨ ਵਸਗਤ ਕੀਨੇ ਰਾਮ। ਹਰੀ ਪਰਮਾਤਮਾ ਸਾਡਾ ਸੱਜਣ ਹੈ। ਸਾਜਨ ਉਹਨੂੰ ਆਖਿਆ ਜਾਂਦਾ ਹੈ ਜਿਹੜਾ ਹਰ ਵਕਤ ਸਾਡੇ ਨਾਲ ਖੜੇ, ਭਾਵੇਂ ਦੁੱਖ ਦੀ ਘੜੀ ਹੈ, ਭਾਵੇਂ ਸੁੱਖ ਦੀ ਘੜੀ ਹੈ, ਉਹ ਸਾਡਾ ਸਾਥ ਨਾ ਛੱਡੇ। ਭਾਵੇਂ ਗਰੀਬੀ ਹੈ, ਭਾਵੇਂ ਅਮੀਰੀ ਹੈ, ਭਾਵੇਂ ਅਸੀਂ ਲੋਕ ਦੇ ਵਿੱਚ ਆ, ਭਾਵੇਂ ਪਰਲੋਕ ਦੇ ਵਿੱਚ ਆ, ਜੋ ਸਾਡੇ ਨਾਲ ਖੜਾ ਰਹਿੰਦਾ ਉਹਨੂੰ ਸੱਜਣ ਆਖਿਆ ਜਾਂਦਾ ਹੈ। ਧੰਨ ਗੁਰਬਾਣੀ ਦੇ ਅੰਦਰ ਸੱਜਣ ਦੀ ਵਿਆਖਿਆ ਗੁਰੂ ਜੀ ਨੇ ਕੀਤੀ ਹੈ। ਸੱਜਣ ਸੇਈ ਨਾਨਕਾ ਜੇ ਖੜੇ ਦਸਨ। ਸੱਜਣ ਉਹ ਹੈ ਜਿਹੜਾ ਹਰ ਥਾਂ ਤੇ ਸਾਡੇ ਨਾਲ ਖੜਿਆ ਹੋਇਆ ਦਿਸਦਾ ਹੈ। ਇਹ ਕੋਈ ਸੱਜਣ ਥੋੜੀ ਨੇ ਜਿਹੜੇ ਸਰੀਰ ਛੱਡਣ ਨਾਲ ਛੱਡ ਜਾਂਦੇ ਨੇ, ਕੁਝ ਤਾਂ ਪੈਸਾ ਛੱਡਣ ਨਾਲ ਛੱਡ ਜਾਂਦੇ ਨੇ, ਕੁਝ ਵਿਪਤਾ ਆਉਣ ਦੇ ਨਾਲ ਛੱਡ ਜਾਂਦੇ ਨੇ। ਸੋ ਸਾਡਾ ਹਰੀ ਪਰਮਾਤਮਾ ਸੱਜਣ ਹੈ। ਵਸਗਤ ਕੀਨੇ ਰਾਮ, ਤੇ ਉਹ ਗੁਰੂ ਦੇ ਦੁਆਰਾ ਨਾਮ ਦੇ ਵਿੱਚ ਪੱਕਿਆ ਕੀਤਿਆਂ ਹੋਇਆਂ ਸਾਡੇ ਵਸ ਦੇ ਵਿੱਚ ਆਉਂਦੇ ਹਨ ਜੀ। ਆਪਨੜਾ ਮਨ ਆਗੇ ਧਰਿਆ, ਸਰਬਸ ਠਾਕੁਰ ਦੀਨੇ ਰਾਮ। ਗੁਰੂ ਜੀ ਰਹਿਮਤ ਕਰਦੇ ਨੇ, ਆਪਣਾ ਮਨ ਅਸੀਂ ਜਦੋਂ ਗੁਰੂ ਦੇ ਅੱਗੇ ਧਰ ਦੇਵਾਂਗੇ ਨਾ, ਸਰਬਸ ਠਾਕੁਰ, ਫਿਰ ਗੁਰੂ ਕਿਰਪਾ ਕਰਦਾ ਸਾਨੂੰ ਸਾਰਾ ਕੁਝ ਹੀ ਦੇ ਦਿੰਦਾ ਹੈ। ਇਹ ਮਨ ਜਿਹੜਾ ਜਦੋਂ ਗੁਰੂ ਚਰਨਾਂ ਦੇ ਵਿੱਚ ਧਰ ਦਿੱਤਾ, ਗੁਰੂ ਦਾ ਹੋ ਗਿਆ। ਜਦੋਂ ਮਨ ਗੁਰੂ ਦਾ ਹੋ ਗਿਆ ਫਿਰ ਇਹ ਕਿਸੇ ਹੋਰ ਦਾ ਨਹੀਂ ਹੁੰਦਾ। ਇਹ ਵੀ ਇੱਕ ਭੁਲੇਖਾ ਜਿਹਾ ਦੂਰ ਕਰ ਲਈਏ, ਕਿਤੇ ਇਹ ਨਾ ਹੋਵੇ ਵੀ ਅਸੀਂ ਆਖੀਏ ਵੀ ਅਸੀਂ ਗੁਰੂ ਨੂੰ ਮੰਨ ਦਿੱਤਾ। ਜਿਨ੍ਹਾਂ ਨੇ ਗੁਰੂ ਨੂੰ ਮੰਨ ਦਿੱਤਾ ਨਾ, ਉਹਨਾਂ ਦਾ ਮਨ ਜਿਹੜਾ ਫਿਰ ਕਿਸੇ ਹੋਰ ਦਾ ਹੁੰਦਾ ਹੀ ਨਹੀਂ। ਜਦੋਂ ਕ੍ਰਿਸ਼ਨ ਭਗਵਾਨ ਨੇ ਦਵਾਰਕਾ ਨੂੰ ਛੱਡਿਆ ਸੀ ਤੇ ਆਪ ਦੇ ਨਾਨੇ ਦੇ ਰਾਜ ਦੇ ਵਿੱਚ ਆਇਆ ਤੇ ਕੰਸ ਦਾ ਅੰਤ ਕੀਤਾ, ਇਹਨੇ ਫਿਰ ਉਦੋਂ ਨੂੰ ਭੇਜਿਆ ਗੋਪੀਆਂ ਦੇ ਪਾਸ। ਕ੍ਰਿਸ਼ਨ ਭਗਵਾਨ ਨੇ ਸੰਦੇਸ਼ ਦਿੱਤਾ ਉਦੋਂ ਦੇ ਹੱਥ ਵੀ ਤੁਸੀਂ ਜਾ ਕੇ ਨਾ ਗੋਪੀਆਂ ਨੂੰ ਇਹ ਆਖ ਦਿਓ ਵੀ ਹੁਣ ਨਿਰੰਕਾਰ ਪਰਮਾਤਮਾ ਦੀ ਬੰਦਗੀ ਕਰਨ, ਭਾਵ ਨਾਮ ਦਾ ਸਿਮਰਨ ਕਰਨ। ਹੁਣ ਸਰੀਰ ਕਰਕੇ ਜਿਹੜਾ ਪਿਆਰ ਸੀ, ਜਿਹੜੀ ਬੰਦਗੀ ਸੀ, ਜਿਹੜੀ ਸੇਵਾ ਸੀ, ਉਹ ਨਹੀਂ ਤੁਹਾਨੂੰ ਪ੍ਰਾਪਤ ਹੋਏਗੀ। ਕੇਵਲ ਨਾਮ ਦੇ ਨਾਲ ਜੁੜੋ, ਹੁਣ ਨਾਮ ਜਪਣਾ ਕਰੋ।
ਤੇ ਉਹਨਾਂ ਨੇ ਕ੍ਰਿਸ਼ਨ ਭਗਵਾਨ ਨੂੰ ਇਹ ਜਵਾਬ, ਵਾਹਿਗੁਰੂ ਜੀ ਉਦੋਂ ਨੂੰ ਇਹ ਆਖ ਕੇ ਮੋੜਿਆ ਸੀ ਵੀ ਜਾ ਕੇ ਕ੍ਰਿਸ਼ਨ ਭਗਵਾਨ ਨੂੰ ਕਹਦੇ ਸਾਡੇ ਅੰਦਰ ਹੈਗੇ ਵੀ ਇੱਕ ਤੇਰੇ ਚਰਨਾਂ ਨਾਲ ਜੋੜ ਦਿੱਤਾ ਤੇ ਦੂਜਾ ਕਿਸੇ ਹੋਰ ਦੇ ਚਰਨਾਂ ਨਾਲ ਜੋੜੀਏ। ਨਿਰੰਕਾਰ ਜਾਂ ਆਕਾਰ ਇਹ ਤੂੰ ਜਾਣਦਾ, ਅਸੀਂ ਨਹੀਂ ਜਾਣਦੇ। ਸਾਨੂੰ ਤਾਂ ਕੇਵਲ ਤੇ ਕੇਵਲ ਇੱਕ ਮਨ ਮਿਲਿਆ ਤੇ ਉਹ ਅਸੀਂ ਤੈਨੂੰ ਦੇ ਦਿੱਤਾ ਹੈ। ਸੋ ਜਿਨ੍ਹਾਂ ਨੇ ਮਨ ਗੁਰੂ ਨੂੰ ਦੇ ਦਿੱਤਾ ਹੈ ਨਾ, ਉਹਨਾਂ ਦਾ ਮਨ ਫਿਰ ਕਿਸੇ ਹੋਰ ਦੇ ਨਾਲ ਨਹੀਂ ਲੱਗਦਾ, ਕਿਸੇ ਹੋਰ ਜੋਗਾ ਰਹਿੰਦਾ ਹੀ ਨਹੀਂ। ਇੱਕ ਗੁਰਮੁਖ ਪਿਆਰੇ ਨੇ ਨਾ ਇਸ ਮਨ ਦੇ ਪਰਥਾਏ ਬੜੀ ਸੁੰਦਰ ਗੱਲ ਲਿਖੀ ਹੈ। ਜਿਨ੍ਹਾਂ ਨੇ ਗੁਰੂ ਨੂੰ ਮਨ ਦਿੱਤੇ ਨੇ, ਤੇਰੇ ਸੀਨੇ ਮੇਂ ਦਮ ਹੈ, ਤੇਰੇ ਸੀਨੇ ਮੇਂ ਦਮ ਹੈ, ਅੱਗੇ ਕਹਿੰਦਾ ਹੈ ਦਿਲ ਨਹੀਂ ਹੈ। ਤੇਰੇ ਸੀਨੇ ਮੇਂ ਦਮ ਹੈ, ਦਿਲ ਨਹੀਂ ਹੈ। ਦਮ ਕਹਿੰਦੇ ਨੇ ਸਵਾਸ ਨੂੰ, ਦਮ ਦਮ ਸਵਾਰ ਨੂੰ ਵਾਕੇ। ਹਮ ਆਦਮੀ ਹਾਂ ਇੱਕ ਦਮੀ, ਅਸੀਂ ਇੱਕ ਸਵਾਸ ਦੇ ਬੰਦੇ ਹਾਂ। ਇਹ ਲਿਖਦਾ ਤੇਰੇ ਸੀਨੇ ਮੇਂ ਦਮ ਹੈ, ਦਿਲ ਨਹੀਂ ਹੈ। ਭਾਵ ਤੇਰੇ ਸੀਨੇ ਦੇ ਵਿੱਚ ਸਵਾਸ ਤਾਂ ਚੱਲਦੇ ਨੇ, ਪਰ ਉੱਥੇ ਤੇਰੇ ਕੋਲ ਏਡਾ ਵੱਡਾ ਦਿਲ ਨਹੀਂ ਹੈਗਾ ਵੀ ਜਿਹੜਾ ਤੂੰ ਆਪਣਾ ਦਿਲ, ਆਪਣਾ ਮਨ ਗੁਰੂ ਨੂੰ ਦੇ ਦੇਵੇਂ ਤੇ ਸੰਸਾਰ ਦੇ ਵੱਲੋਂ ਛੁੱਟ ਜਾਵੇਂ। ਇਸ ਤਰ੍ਹਾਂ ਦੁੱਖਾ ਤੂੰ ਨਹੀਂ ਹੈਗਾ। ਤੇਰਾ ਦਮ ਕਰਨਾ ਜੈ ਮਹਿਫਲ ਨਹੀਂ ਹੈ, ਤੇਰਾ ਦਮ ਕਰਨਾ ਜੈ ਮਹਿਫਲ ਨਹੀਂ ਹੈ। ਇਹ ਜਿਹੜੇ ਦਮ ਨੇ, ਹੁਣ ਇੱਥੇ ਦਮ ਦਾ ਅਰਥ ਪੈਸਾ ਹੈ ਭਾਈ। ਜੇ ਤੇਰੇ ਕੋਲ 4 ਪੈਸੇ ਵੀ ਹੈਗੇ ਨੇ ਨਾ, ਤੇ ਫਿਰ ਇਹ ਕੋਈ ਮਹਿਫਲ ਨਹੀਂ ਹੈਗੀ। ਜਿਵੇਂ ਆਪਾਂ ਵੇਖਦੇ ਆ ਨਾ ਪੈਲਸ ਤੇ ਜਾ ਕੇ, ਤੇ ਉੱਥੇ ਪੈਸੇ ਲੋਕੀ ਛੱਟੀ ਜਾਂਦੇ ਨੇ ਤੇ ਬੜੀ ਖੁਸ਼ੀ ਮਾਣਦੇ ਨੇ। ਇਹ ਲਿਖਦਾ ਜੇ ਤੇਰੇ ਕੋਲ ਪੈਸੇ ਵੀ ਹੈਗੇ ਨੇ ਨਾ, ਦਮ ਕਰਨਾ ਹੈ ਨਾ ਜਿਹੜਾ ਤੇਰੇ ਕੋਲ ਪੈਸੇ ਨੇ, ਤੇ ਮਹਿਫਲ ਨਹੀਂ, ਉਹ ਮਹਿਫਲਾਂ ਦੇ ਵਿੱਚ ਕੰਮ ਆਉਂਦੇ ਨੇ, ਗੁਰੂ ਦੇ ਦਰ ਤੇ ਵੀ ਨਹੀਂ ਕੰਮ ਆਉਂਦੇ। ਪੈਸੇ ਨਾਲ ਵੀ ਗੁਰੂ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ। ਨਿਕਲ ਜੋ ਅਕਲ ਸੇ ਆਗੇ ਗਏ। ਹੁਣ ਕਹਿੰਦਾ ਜੇ ਤੂੰ ਸਿਆਣਾ ਬੜਾ ਹੈ ਨਾ, ਤੇ ਫਿਰ ਇੱਥੇ ਸਿਆਣਪ ਵੀ ਨਹੀਂ ਕੰਮ ਕਰਦੀ, ਇੱਥੇ ਜਿਹੜੀ ਸਿਆਣਪ ਵੀ ਨਹੀਂ ਕੰਮ ਕਰਨੀ। ਨਿਕਲ ਜੋ ਅਕਲ ਸੇ ਆਗੇ ਗਏ, ਜੇ ਨੂਰ ਚਿਰਾਗੇ ਹੈ ਮੰਜ਼ਿਲ ਨਹੀਂ ਹੈ। ਇਹ ਤਾਂ ਪਰਮਾਤਮਾ ਨੇ ਤੈਨੂੰ ਅਕਲ ਦਾ ਇੱਕ ਦੀਵਾ ਦਿੱਤਾ ਹੈ ਵੀ ਤੂੰ ਰਾਹ ਵੇਖ ਸਕੇ, ਅਜੇ ਮੰਜ਼ਿਲ ਤੇ ਨਹੀਂ ਪਹੁੰਚਿਆ। ਮੇਰੇ ਖਿਆਲ ਗੱਲ ਪਕੜ ਦੇ ਵਿੱਚ ਆ ਗਈ ਹੋਏਗੀ। ਸਾਡੇ ਅੰਦਰ ਸਵਾਸ ਨੇ, ਪਰ ਗੁਰੂ ਨੂੰ ਦੇਣ ਵਾਸਤੇ ਦਿਲ ਨਹੀਂ ਹੈਗਾ ਵੀ ਅਸੀਂ ਆਪਣਾ ਦਿਲ ਗੁਰੂ ਨੂੰ ਦੇ ਦਈਏ। ਇੰਨੀ ਸਾਡੇ 'ਚ ਹਿੰਮਤ ਨਹੀਂ ਹੈਗੀ। ਸਾਡੇ ਕੋਲ ਪੈਸੇ ਹੈਗੇ ਨੇ, ਪਰ ਪੈਸੇ ਦੇ ਨਾਲ ਗੁਰੂ ਪ੍ਰਸੰਨ ਨਹੀਂ ਹੁੰਦਾ, ਕਿਉਂਕਿ ਇਹ ਕੋਈ ਮਹਿਫਲ ਥੋੜੀ ਏ। ਇੱਥੇ ਤਾਂ ਮਨ ਦੇ ਰਾਮ ਲਿਓ ਹੈ ਮੋਲ, ਮਨ ਦੇਣਾ ਪੈਂਦਾ ਹੈ। ਜੇ ਸਾਡੇ ਕੋਲ ਸਿਆਣਪੇ ਅਕਲ ਹੈ ਨਾ, ਤਾਂ ਇਹ ਪਰਮਾਤਮਾ ਨੇ ਸਾਨੂੰ ਇੱਕ ਚਿਰਾਗ ਦਿੱਤਾ ਹੈ, ਦੀਵਾ ਦਿੱਤਾ ਹੈ, ਕਿਉਂਕਿ ਪ੍ਰਕਾਸ਼ ਦੇ ਵਿੱਚ ਵੇਖਿਆ ਜਾਂਦਾ ਹੈ, ਰਸਤੇ ਤੇ ਤੁਰਿਆ ਜਾਂਦਾ ਹੈ। ਤੇ ਉਸ ਪਰਮਾਤਮਾ ਨੇ ਸਾਨੂੰ ਇੱਕ ਚਿਰਾਗ ਦਿੱਤਾ, ਇੱਕ ਦੀਵਾ ਦਿੱਤਾ ਵੀ ਤੂੰ ਆ ਗੁਰੂ ਦਾ ਮਾਰਗ ਵੇਖਦਾ ਜਾ, ਅਕਲ ਦੇ ਨਾਲ ਤੇ ਤੁਰਿਆ ਜਾਵਾ। ਅਕਲ ਆ ਗਈ ਤੇ ਇਹ ਭਾਵ ਜੇ ਮੈਂ ਗਿਆਨੀ ਹੋ ਗਿਆ ਤੇ ਮੰਜ਼ਿਲ ਨਹੀਂ ਹੈਗੀ। ਇਹ ਗੁਰੂ ਨੇ ਤੁਰਨ ਵਾਸਤੇ ਮੈਨੂੰ ਚਿਰਾਗ ਦਿੱਤਾ ਹੈ। ਸੋ ਗੁਰੂ ਮਹਾਰਾਜ ਜੀ ਇੱਥੇ ਰਹਿਮਤ ਕਰਦੇ ਨੇ, ਜਿਹੜੇ ਗੁਰਮੁਖ ਪਿਆਰੇ ਆਪਣੇ ਗੁਰੂ ਨੂੰ ਮਨ ਦੇ ਦਿੰਦੇ ਨੇ ਨਾ, ਆਪਣਾ ਮਨ ਆਗੇ ਧਰਿਆ ਸਰਬਸ ਠਾਕੁਰ ਦੀਨੇ ਰਾਮ, ਉਹ ਪਰਮਾਤਮਾ ਫਿਰ ਉਹਨਾਂ ਨੂੰ ਸਾਰੀਆਂ ਦੌਲਤਾਂ ਦੇ ਦਿੰਦਾ ਹੈ ਜੀ। ਕਰ ਆਪਣੀ ਦਾਸੀ ਮਿਟੀ ਉਦਾਸੀ, ਹਰ ਮੰਦਰ ਥਿਤ ਪਾਈ। ਜਿਨ੍ਹਾਂ ਨੂੰ ਉਹ ਪਰਮਾਤਮਾ ਆਪਣਾ ਦਾਸ ਬਣਾ ਲੈਂਦਾ, ਦਾਸੀ ਬਣਾ ਲੈਂਦਾ। ਕਿਹਨਾਂ ਨੂੰ? ਮਨ ਆਗੇ ਧਰਿਆ। ਜਿਨ੍ਹਾਂ ਨੇ ਮਨ ਆਪਣਾ ਗੁਰੂ ਦੇ ਅੱਗੇ ਧਰ ਦਿੱਤਾ ਹੈ, ਉਹਨਾਂ ਨੂੰ ਫਿਰ ਉਹ ਦਾਸੀ ਬਣਾਉਂਦਾ ਹੈ, ਦਾਸ ਬਣਾਉਂਦਾ ਹੈ। ਤੇ ਜਿਨ੍ਹਾਂ ਨੂੰ ਆਪਣਾ ਦਾਸ ਦਾਸੀ ਬਣਾ ਲੈਂਦਾ, ਮਿਟੀ ਉਦਾਸੀ, ਉਹਨਾਂ ਦੇ ਮੁਖ ਤੇ ਫਿਰ ਕਦੀ ਉਦਾਸੀ ਨਹੀਂ ਹੁੰਦੀ, ਉਹ ਕਦੇ ਉਦਾਸ ਨਹੀਂ ਹੁੰਦੇ। ਤੇ ਸਾਡੇ ਮੂੰਹ ਤੇ ਕਦੀ ਖੇੜਾ ਹੀ ਨਹੀਂ ਆਇਆ। ਅਸੀਂ 24 ਘੰਟੇ ਉਦਾਸ ਰਹਿੰਦੇ ਹਾਂ। ਕਿਤੇ ਪੈਸੇ ਵੱਲੋਂ ਤੰਗੀ ਹੋ ਗਈ ਤਾਂ ਉਦਾਸ ਹੋ ਗਏ, ਕਿਤੇ ਹੋਰ ਕਿਸੇ ਤਰ੍ਹਾਂ ਦਾ ਕੋਈ ਕਾਰਨ ਬਣ ਗਿਆ ਤਾਂ ਉਦਾਸ ਹੋ ਗਏ, ਮਾੜੀ ਮਾੜੀ ਗੱਲ ਤੇ ਉਦਾਸ ਹੁੰਦੇ ਰਹਿੰਦੇ ਆ। ਗੁਰੂ ਜੀ ਰਹਿਮਤ ਕਰਦਾ, ਜਿਨ੍ਹਾਂ ਨੇ ਉਸ ਪ੍ਰਭੂ ਪਰਮਾਤਮਾ ਨੂੰ ਆਪਣਾ ਮਨ ਦੇ ਦਿੱਤਾ ਹੈ, ਉਹ ਵਾਹਿਗੁਰੂ ਨੇ ਆਪਣੇ ਦਾਸ ਬਣਾ ਲਏ ਨੇ। ਉਹਨਾਂ ਦੇ ਮੂੰਹ ਤੇ ਕਦੀ ਉਦਾਸੀ ਨਹੀਂ ਹੁੰਦੀ। ਹਰ ਮੰਦਰ ਥਿਤ ਪਾਈ, ਉਹਨਾਂ ਨੇ ਪ੍ਰਭੂ ਪਰਮਾਤਮਾ ਦੇ ਇਹ ਸਰੀਰ ਰੂਪੀ ਮੰਦਰ ਦੇ ਵਿੱਚ ਮਨ ਦਾ ਟਿਕਾਓ ਬਣਾ ਲਿਆ ਹੈ ਜੀ। ਆਨੰਦ ਬਿਨੋਦ ਸਿਮਰੋ ਪ੍ਰਭ ਆਪ ਸਾਚਾ,
ਵਿਛੜ ਕਬਹੂ ਨਾ ਜਾਈ। ਧੰਨ ਗੁਰੂ ਜੀ ਰਹਿਮਤ ਕਰਦੇ ਨੇ ਉਸ ਪ੍ਰਭੂ ਪਰਮਾਤਮਾ ਸੱਚੇ ਨੂੰ ਅਸੀਂ ਸਿਮਰਨ ਨਾ ਕਰੀਏ, ਇਸ ਦੇ ਨਾਲ ਸਾਡੇ ਅੰਦਰ ਆਨੰਦ ਵੱਜਦਾ ਹੈ, ਇਸ ਦੇ ਨਾਲ ਸਾਡੇ ਅੰਦਰ ਖੁਸ਼ੀਆਂ ਦੀ ਪ੍ਰਾਪਤੀ ਹੁੰਦੀ ਹੈ ਤੇ ਉਹ ਕਦੇ ਵਿਛੜਦਾ ਵੀ ਨਹੀਂ। ਵਿਛੜ ਕਬੂ ਨਾ ਜਾਈ, ਸਾਨੂੰ ਕਦੇ ਉਸ ਦਾ ਵਿਛੋੜਾ ਨਾ ਜਿਹੜਾ ਫਿਰ ਨਹੀਂ ਹੁੰਦਾ ਹੈ ਜੀ। ਸਾਵੜ ਭਾਗਣ ਸਦਾ ਸੁਹਾਗਣ, RAM ਨਾਮ ਗੁਣ ਚੀਨੇ। ਉਹ ਗੁਰਮੁਖ ਪਿਆਰਾ ਵੱਡੇ ਭਾਗਾਂ ਵਾਲਾ ਹੈ, ਉਹ ਗੁਰਮੁਖ ਪਿਆਰਾ ਸਦਾ ਹੀ ਪ੍ਰਾਪਤੀ ਵਾਲਾ ਰਹਿੰਦਾ। ਸੁਹਾਗਣ ਦਾ ਅਰਥ ਹੁੰਦਾ ਪ੍ਰਾਪਤੀ ਵਾਲਾ, ਉਹ ਸਦਾ ਹੀ ਪ੍ਰਾਪਤੀ ਵਾਲਾ ਰਹਿੰਦਾ ਹੈ। RAM ਨਾਮ ਗੁਣ ਚੀਨੇ, ਜਿਹੜਾ ਪ੍ਰਭੂ ਪਰਮਾਤਮਾ ਦੇ ਗੁਣਾਂ ਦੀ ਖੋਜ ਕਰਦਾ ਰਹਿੰਦਾ। ਚੀਨ ਦਾ ਅਰਥ ਹੁੰਦਾ ਖੋਜਣਾ, ਲੱਭਣਾ, ਤੇ ਖੋਜ ਅਸੀਂ ਉਸ ਦੀ ਕਰਦੇ ਹਾਂ ਜਿਹੜੀ ਸਾਡੀ ਜ਼ਰੂਰਤ ਬਣ ਜਾਵੇ। ਬਿਨਾਂ ਜ਼ਰੂਰਤ ਤੋਂ ਅਸੀਂ ਕੁਝ ਲੱਭਦੇ ਹੀ ਨਹੀਂ। ਸਾਡੇ ਘਰੇ ਪਤਾ ਨਹੀਂ ਕਿੰਨਾ ਕੁ ਸਮਾਨ ਪਿਆ ਹੈ, ਕਿੰਨਾ ਕੁਝ ਪਿਆ ਹੈ, ਤੇ ਜਦੋਂ ਜਿਹੜੀ ਚੀਜ਼ ਦੀ ਲੋੜ ਪੈਂਦੀ ਫਿਰ ਚੇਤਾ ਕਰਦੇ ਆ ਵੀ ਹਾਂ ਆਪਣੇ ਕੋਲ ਹੈਗੀ ਤਾਂ ਹੈ ਸੀ, ਹੁਣ ਇਹ ਨਹੀਂ ਪਤਾ ਰੱਖੀ ਕਿੱਥੇ ਹੈ, ਫਿਰ ਉਹਨੂੰ ਲੱਭਣਾ ਸ਼ੁਰੂ ਕਰ ਦਿੰਦੇ ਆ। ਉਹ ਗੁਰੂ ਮਹਾਰਾਜ ਜੀ ਰਹਿਮਤ ਕਰਦਾ, RAM ਨਾਮ ਗੁਣ ਚੀਨੇ, ਪ੍ਰਭੂ ਪਰਮਾਤਮਾ ਦੇ ਗੁਣ ਨੇ ਜਿਹੜੇ ਉਹਨਾਂ ਨੇ ਲੱਭਣੇ ਸ਼ੁਰੂ ਕਰ ਦਿੱਤੇ ਨੇ। ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋ ਗਈ ਹੈ, ਵੱਡੇ ਭਾਗਾਂ ਵਾਲੇ ਨੇ ਤੇ ਪ੍ਰਾਪਤੀ ਵਾਲੇ ਹਨ ਜੀ। ਕਹੋ ਨਾਨਕ ਰਵਹਿ ਰੰਗ ਰਾਤੇ, ਪ੍ਰੇਮ ਮਹਾਰਸ ਪੀਨੇ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਪਰਮਾਤਮਾ ਦੇ ਰੰਗ ਦੇ ਵਿੱਚ ਅਸੀਂ ਉਸ ਦੇ ਪ੍ਰੇਮ ਨੂੰ ਮੰਨ ਨਾ ਕਰੀਏ। ਇਹ ਉਸ ਪਰਮਾਤਮਾ ਦੇ ਪ੍ਰੇਮ ਦਾ ਜਿਹੜਾ ਰਸ ਹੈ ਸਭ ਤੋਂ ਵੱਡਾ ਰਸ ਹੈ, ਤੇ ਇਹਦੇ ਵਿੱਚ ਸਾਡਾ ਮਨ ਭਿੱਜਿਆ ਰਵੇ ਜੀ। ਆਨੰਦ ਵਿਨੋਦ ਭਏ ਨਿਤ ਸਖੀਏ, ਮੰਗਲ ਸਦਾ ਹਮਾਰੇ RAM। ਆਨੰਦ ਮਨ ਦੀ ਖੁਸ਼ੀ ਹੈ ਤੇ ਵਿਨੋਦ ਹੈ ਜਿਹੜਾ ਇਹ ਉਹ ਖੁਸ਼ੀ ਹੈ ਜੋ ਮਿਲਦੀ ਤਾਂ ਸਾਨੂੰ ਮਨ ਕਰਕੇ ਹੀ ਹੈ, ਪਰ ਜਦੋਂ ਅੱਖਾਂ ਵੇਖਦੀਆਂ ਨੇ ਨਾ, ਦਰਸ਼ਨ ਕਰਦੀਆਂ ਨੇ, ਉਦੋਂ ਖੁਸ਼ੀ ਮਿਲਦੀ। ਇਸ ਦੇ ਲਈ ਦਾਸ ਇੱਕ ਨੁਕਤਾ ਪੇਸ਼ ਕਰਦਾ ਹੁੰਦਾ। ਇੱਕ ਬੱਚਾ ਹੈ, ਉਹ ਬਾਹਰ ਗਿਆ ਚਲਾ, ਮਾਤਾ ਪਿਤਾ ਨੂੰ ਪਤਾ ਨਹੀਂ, ਕਿਸੇ ਆਣ ਕੇ ਦੱਸਿਆ ਵੀ ਬੱਚਾ ਤੁਹਾਡਾ ਜਿਹੜਾ ਇਹ ਮਿਲ ਗਿਆ ਨਾਦ, ਇਹ ਹੁਣ ਆਵਾਜ਼, ਕੰਨਾਂ ਦਾ ਆਨੰਦ ਮਿਲਿਆ। ਕਿਸੇ ਨੇ ਕੰਨਾਂ ਦੇ ਵਿੱਚ ਨਾਮ ਦੱਸ ਦਿੱਤਾ ਪੁੱਤਰ ਦਾ ਵੀ ਉੱਥੇ ਹੈ, ਤੇ ਕੰਨਾਂ ਦੁਆਰਾ ਜਿਹੜਾ ਆਨੰਦ ਵੱਜ ਗਿਆ। ਨਾਦ ਵਿਨੋਦ, ਵਿਨੋਦ ਫਿਰ ਪਰਿਵਾਰ ਜਿਹੜਾ ਉਹ ਗੱਡੀ ਸਾਧਨ ਲੈ ਕੇ ਉੱਥੇ ਪਹੁੰਚਿਆ ਹੈ, ਤੇ ਜਦੋਂ ਨੇਤਰਾਂ ਦੇ ਨਾਲ ਦੂਰੋਂ ਬੱਚੇ ਨੂੰ ਵੇਖਿਆ ਨਾ ਵੀ ਉਹ ਬੜੀ ਦੂਰ ਸੇਵਾ ਕਰੀ ਜਾਂਦਾ ਬਾਬਾ ਜੀ ਕੋਲੇ, ਫਿਰ ਅੱਖਾਂ ਠੰਡੀਆਂ ਹੋ ਗਈਆਂ ਨੇ। ਕੋੜ ਆਨੰਦ, ਕਰੋੜਾਂ ਪ੍ਰਕਾਰ ਦੇ ਆਨੰਦ ਨੇ ਜਿਨ੍ਹਾਂ ਦੀ ਹੁਣ ਗਿਣਤੀ ਨਹੀਂ ਰਹੀ ਜਦੋਂ ਮਾਂ ਨੇ ਪੁੱਤਰ ਨੂੰ ਗਲ ਦੇ ਨਾਲ ਲਾ ਲਿਆ। ਇਹ ਤਿੰਨ ਅਵਸਥਾ ਨੇ, ਤਿੰਨ ਪ੍ਰਕਾਰ ਦਾ ਆਨੰਦ ਹੈ। ਗੁਰੂ ਜੀ ਰਹਿਮਤ ਕਰਦੇ ਨੇ, ਆਨੰਦ ਜਦੋਂ ਅਸੀਂ ਗੁਰੂ ਦੇ ਸ਼ਬਦ ਨੂੰ ਸੁਣਦੇ ਹਾਂ ਕੰਨਾਂ ਦੇ ਨਾਲ, ਉਦੋਂ ਅੰਦਰ ਆਨੰਦ ਵੱਜਦਾ ਹੈ। ਜਦੋਂ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਾਂ ਉਦੋਂ ਵਿਨੋਦ ਹੋ ਜਾਂਦਾ ਹੈ। ਜਦੋਂ ਪ੍ਰਾਪਤੀ ਹੋ ਜਾਂਦੀ ਹੈ ਤੇ ਫਿਰ ਤਾਂ ਕੋਈ ਅੰਤ ਹੀ ਨਹੀਂ ਰਹਿੰਦਾ। ਆਨੰਦ ਵਿਨੋਦ ਭੈ ਨਿਤ ਸਖੀ, ਉਹ ਗੁਰਮੁਖ ਪਿਆਰੇ ਸਦਾ ਹੀ ਆਨੰਦ ਦੇ ਵਿੱਚ ਰਹਿੰਦੇ ਨੇ। ਮੰਗਲ ਸਦਾ ਹਮਾਰੇ RAM, ਹੇ ਵਾਹਿਗੁਰੂ ਜੀ ਸਾਡੇ ਸਦਾ ਹੀ ਖੁਸ਼ੀਆਂ ਦੇ ਅੰਦਰ ਆਨੰਦ ਬਣੇ ਰਹਿੰਦੇ ਹਨ ਜੀ। ਆਪਨੜੇ ਪ੍ਰਭ ਆਪ ਸ਼ਿੰਗਾਰੀ, ਸੋਭਾਵੰਤੀ ਨਾਰੇ RAM। ਸ਼ਿੰਗਾਰੀ ਦਾ ਅਰਥ ਹੁੰਦਾ ਸਵਾਰਨਾ, ਸਜਾਵਟ ਕਰਨੀ। ਉਹ ਪ੍ਰਭੂ ਪਰਮਾਤਮਾ ਆਪ ਕਿਰਪਾ ਕਰਦਾ ਹੈ ਤੇ ਸ਼ਿੰਗਾਰ ਤੋਂ ਭਾਵੇਂ ਸਾਡੇ ਮਨ ਦਾ ਸ਼ਿੰਗਾਰ। ਆਪਣੇ ਪ੍ਰਭ ਆਪ ਸ਼ਿੰਗਾਰੀ, ਤੇ ਮਨ ਦਾ ਜਿਹੜਾ ਸ਼ਿੰਗਾਰ ਹੈ ਨਾ ਉਹ ਗੁਣ ਨੇ। ਬੱਤੀ ਸੁਲੱਖਣੀ, ਇਹ 32 ਗੁਣ ਨੇ ਨਾ ਜਿਹੜੇ ਇਹ ਬਾਹਰ ਦੇ ਨੇ। ਜਿੰਦੇ ਕੋਲੇ ਬਾਹਰ ਦੇ 32 ਗੁਣ ਨੇ ਉਹ ਬਾਹਰੋਂ ਸੁਲੱਖਣ ਹੈ, ਤੇ ਜਿੰਦੇ ਅੰਦਰ 32 ਗੁਣ ਨੇ ਉਹ ਅੰਦਰੋਂ ਸੁਲੱਖਣ ਹੈ। ਸੋ ਗੁਰੂ ਜੀ ਰਹਿਮਤ ਕਰਦੇ ਨੇ, ਆਪਣੇ ਪ੍ਰਭਾਵ ਸ਼ਿਕਾਰੀ ਵਾਹਿਗੁਰੂ ਆਪ ਕਿਰਪਾ ਕਰਦਾ, ਆਪਣੇ ਗੁਰਮੁਖ ਪਿਆਰਿਆਂ ਦਾ ਮਨ ਆਪ ਸ਼ਿੰਗਾਰ ਲੈਂਦਾ। ਸੋਭਾ ਵਰਤੀ ਨਾਰੇ, ਉਹ ਜਿਗਿਆਸੂ ਹੈ ਜਿਹੜਾ ਉਹ ਫਿਰ ਵਡਿਆਈ ਵਾਲਾ ਬਣ ਗਿਆ ਹੈ ਜੀ। ਸਹਿਜ ਸੁਭਾਏ ਭਏ ਕਿਰਪਾਲਾ, ਗੁਣ ਅਵਗਣ ਨਾ ਵਿਚਾਰਿਆ। ਇਹ ਮੇਰੇ ਪ੍ਰਭੂ ਦੀ ਵਡਿਆਈ ਹੈ, ਇਹ ਮੇਰੇ ਮਾਲਕ ਦੀ ਸੋਭਾ ਹੈ। ਇਸੇ ਕਰਕੇ ਉਹਨੂੰ ਕਿਰਪਾਲਾ ਆਖਿਆ ਜਾਂਦਾ ਹੈ, ਉਹਨੂੰ ਦਿਆਲੂ ਆਖਿਆ ਜਾਂਦਾ ਹੈ। ਕਿਹੜੀ ਵਡਿਆਈ ਕਰਕੇ? ਜਿਵੇਂ ਮੰਨ ਲਓ ਮੇਰੇ ਤੋਂ ਗੁਨਾਹ ਹੋ ਗਏ ਤੇ ਮੈਂ ਆਪਣਾ ਗੁਨਾਹ ਮੰਨ ਲਿਆ, ਗੁਨਾਹ ਮੰਨ ਕੇ ਦੋਵੇਂ ਹੱਥ ਜੋੜ ਕੇ ਮਾਫੀ ਮੰਗੀਏ ਵੀ ਮੇਰੇ ਤੋਂ ਗੁਨਾਹ ਹੋ ਗਿਆ ਭਾਈ ਮੈਨੂੰ ਬਖਸ਼ ਦਿਓ, ਤੇ ਜਿੰਦੇ ਕੋਲੋਂ ਮੈਂ ਮਾਫੀ ਮੰਗ ਰਿਹਾ ਨਾ, ਜੇ ਉਹ ਦਿਆਲੂ ਹੈ ਤੇ ਉਹ ਆਖੂਗਾ ਚਲੋ ਕੋਈ ਗੱਲ ਨਹੀਂ, ਹੋ ਗਿਆ ਤਾਂ ਹੋ ਗਿਆ, ਅੱਗੇ ਤੋਂ ਧਿਆਨ ਰੱਖਿਓ।
ਜੇ ਉਹ ਦਿਆਲੂ ਨਹੀਂ ਹੈਗਾ, ਕਿਰਪਾਲੂ ਨਹੀਂ ਹੈਗਾ, ਤੇ ਫਿਰ ਉਹ ਪਤਾ ਕੀ ਆਖੇਗਾ, ਲੋ ਬਾਬਾ ਜੀ ਤੁਹਾਡਾ ਤਾਂ ਕੰਮ ਹੀ ਇਹ ਹੈ, ਤੁਸੀਂ ਪਰਸੋਂ ਵੀ ਆਹ ਕਸੂਰ ਕੀਤਾ, ਉਸ ਤੋਂ ਪਿਛਲੇ ਹਫਤੇ ਵੀ ਤੁਸੀਂ ਆਹ ਗਲਤੀ ਕੀਤੀ, ਉਸ ਤੋਂ ਪਿੱਛੇ ਵੀ ਆਹ ਗਲਤੀ ਕੀਤੀ। ਉਹ ਫਿਰ ਪਿਛਲੀਆਂ ਗਲਤੀਆਂ ਕੱਢਣ ਲੱਗ ਜਾਂਦਾ ਜਿਹਦੇ ਅੰਦਰ ਦਇਆ ਨਾ ਹੋਵੇ। ਉਹ ਪ੍ਰਭੂ ਪਰਮਾਤਮਾ ਨੇ ਜਿਹੜਾ ਉਹ ਇਸ ਤਰ੍ਹਾਂ ਸਾਡੀਆਂ ਪਿਛਲੀਆਂ ਗਲਤੀਆਂ ਸਾਰੀਆਂ ਨਹੀਂ ਫੋਲਦਾ ਹੀ ਨਹੀਂ। ਸਹਿਜ ਸੁਭਾਏ ਭੈ ਕਿਰਪਾਲਾ, ਉਹ ਸੁਤੇ ਸਿੱਧ ਸਾਡੇ ਤੇ ਜਦੋਂ ਕਿਰਪਾ ਕਰਦਾ ਹੈ ਨਾ, ਗੁਣ ਅਵਗੁਣ ਨਾ ਵਿਚਾਰਿਆ, ਫਿਰ ਉਹ ਤੁਲਨਾ ਨਹੀਂ ਕਰਦਾ ਵੀ ਇਹਦੇ ਚ ਗੁਣ ਨੇ ਕਿ ਔਗਣ ਨੇ। ਉਹ ਦਿਆਲੂ ਹੈ ਨਾ, ਉਹ ਦਇਆ ਦੇ ਘਰ ਦੇ ਵਿੱਚ ਜਦੋਂ ਆ ਜਾਂਦਾ ਹੈ ਨਾ, ਫਿਰ ਉਹ ਸਾਡੇ ਮਾੜੇ ਤੇ ਚੰਗੇ ਕੁਝ ਵੀ ਇਸ ਦੀ ਵਿਚਾਰ ਨਹੀਂ ਕਰਦਾ ਵੀ ਇਹ ਮਾੜਿਆਂ ਦੀ ਗਿਣਤੀ ਚਾਹੁੰਦਾ ਕਿ ਚੰਗਿਆਂ ਦੀ ਗਿਣਤੀ ਚਾਹੁੰਦਾ। ਬਸ ਸ਼ਰਤ ਇਹ ਹੈ ਕਿ ਉਹ ਦਇਆ ਦੇ ਘਰ ਦੇ ਵਿੱਚ ਆਵੇ, ਤੇ ਦਇਆ ਦੇ ਘਰ ਦੇ ਵਿੱਚ ਆਉਣ ਦੇ ਲਈ ਸਾਨੂੰ ਉਸ ਤਰ੍ਹਾਂ ਦਾ ਪਾਤਰ ਬਣਨਾ ਪੈਂਦਾ ਹੈ। ਇਹਨੂੰ ਵੀ ਥੋੜਾ ਜਿਹਾ ਸਮਝਣਾ ਪਏਗਾ। ਆਪਾਂ ਕਈ ਵਾਰੀ ਅਰਦਾਸ ਵਾਹਿਗੁਰੂ ਜੀ ਵਿਚਾਰਾਂ ਕੀਤੀਆਂ ਨੇ, ਸਤਿਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦਾ ਪਾਤਰ ਹੋਣਾ ਤੇ ਫਿਰ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੋਣੀ। ਇਹਦੇ ਲਈ ਭਰਤਰੀ ਜੀ ਹੋਏ ਨੇ, ਉਹਨਾਂ ਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 3 ਸ਼ਬਦ ਨੇ ਜਾਂ 4 ਹੋਣਗੇ। ਗੁਰਬਾਣੀ ਦੇ ਅੰਦਰ ਸ਼ਬਦ ਨੇ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸ਼ਬਦ ਨੇ ਭਰਤਰੀ ਜੀ ਦੇ, ਤੇ ਇਹ ਜਿਹੜੇ ਸ਼ਬਦ ਨੇ ਇਹ ਗੁਰੂ ਨਾਨਕ ਦੇਵ ਜੀ ਦੇ ਨਾਲ ਗਿਆਨ ਗੋਸ਼ਟੀ ਹੋਈ ਸੀ, ਤੇ ਗੁਰੂ ਨਾਨਕ ਦੇਵ ਜੀ ਨੇ ਭਰਤਰੀ ਨੂੰ ਸਮਝਾਉਣ ਵਾਸਤੇ ਉਚਾਰਨ ਕੀਤੇ ਨੇ। ਇਹ ਭਰਤਰੀ ਨੇ 3 ਗ੍ਰੰਥ ਲਿਖੇ ਨੇ। ਇੱਕ ਗ੍ਰੰਥ ਦਾ ਨਾਮ ਹੈ ਵਿਰਾਗ ਸਤਕ, ਨੀਤੀ ਸਤਕ, ਇਸ ਤਰ੍ਹਾਂ 3 ਗ੍ਰੰਥ ਨੇ ਇਹਦੇ। ਉਹਨਾਂ ਦੇ ਵਿੱਚ ਇਹਨੇ ਇੱਕ ਬੜੀ ਸੋਹਣੀ ਗੱਲ ਲਿਖੀ ਹੈ, ਨੁਕਤਾ ਲਿਖਿਆ ਹੈ। ਉਹ ਕਹਿੰਦਾ ਇੱਕ ਸਾਗਰ ਹੈ ਤੇ ਸਾਗਰ ਤੇ ਨਾ, ਇੱਕ ਮਾਈ ਗਈ ਏ, ਉਹਨੇ 4 ਤੌੜੇ ਪਾਣੀ ਦੇ ਭਰ ਕੇ ਸਿਰ ਤੇ ਰੱਖ ਲੈਣੇ, ਦੂਜੀ ਗਈ ਉਹਨੇ 3 ਭਰ ਕੇ ਰੱਖ ਲੈਣੇ, ਤੀਜੀ ਗਈ ਉਹਨੇ 2 ਰੱਖ ਲੈਣੇ, ਤੇ ਚੌਥੀ ਨੇ 1 ਰੱਖ ਲਿਆ, ਤੇ ਪੰਜਵੀਂ ਜਿਹੜੀ ਹੈ ਨਾ ਉਹ ਇੱਕ ਗੜਵੀ ਲੈ ਕੇ ਗਈ ਹੈ, ਤੇ ਉਹਨੇ ਗੜਵੀ ਪਾਣੀ ਦੀ ਭਰ ਲਈ। ਇਹਨੇ ਲੋਟਾ ਲਿਖਿਆ ਉੱਥੇ, ਜੇ ਕੋਈ ਪੜ੍ਹਿਆ ਕਿਸੇ ਨੇ ਤਾਂ ਉੱਥੇ ਲੋਟਾ ਲਿਖਿਆ, ਇਹਨੇ ਗੜਵੀ ਨਹੀਂ ਲਿਖੀ ਸਾਡੀ ਬੋਲੀ ਦੇ ਵਿੱਚ। ਤੇ ਜਿਹਨੇ ਲੋਟਾ ਪਾਣੀ ਦਾ ਭਰਿਆ ਨਾ, ਨਿੱਕੀ ਜੀ ਗੜਵੀ ਪਾਣੀ ਦੀ ਭਰੀ ਹੈ, ਤੇ ਉਹ ਸਾਗਰ ਦੇ ਨਾਲ ਲੜ ਪਈ ਹੈ। ਸਾਗਰ ਦੇ ਨਾਲ ਲੜ ਪਈ, ਉਹਨੂੰ ਕਹਿੰਦੀ ਤੂੰ ਚੰਗਾ ਕੰਮ ਕੀਤਾ, ਉਹਨੂੰ 4 ਘੜੇ ਦੇ ਦਿੱਤੇ ਨੇ, ਉਹਨੂੰ 3 ਦੇ ਦਿੱਤੇ ਨੇ, ਉਹਨੂੰ 2 ਦੇ ਦਿੱਤੇ ਨੇ, ਉਹਨੂੰ 1 ਭਰ ਕੇ ਦਿੱਤਾ, ਤੇ ਮੈਨੂੰ ਮਾੜਾ ਜਿਹਾ ਪਾਣੀ ਦਿੱਤਾ ਹੈ। ਤੇ ਸਾਗਰ ਅੱਗੋਂ ਕਹਿੰਦਾ ਏ ਤੂੰ ਘਰੋਂ ਜਿਸ ਤਰ੍ਹਾਂ ਦਾ ਬਰਤਨ ਲੈ ਕੇ ਆਈ ਹੈ, ਪਾਣੀ ਤਾਂ ਮੈਂ ਉਹਦੇ 'ਚ ਹੀ ਪਾਣਾ ਹੈ ਨਾ। ਮੈਂ ਤੈਨੂੰ ਕੋਲੋਂ ਉਹਨਾਂ ਨੂੰ ਕੋਲੋਂ ਘੜਾ ਨਹੀਂ ਦਿੱਤਾ ਹੈਗਾ, ਮੈਂ ਕੇਵਲ ਪਾਣੀ ਦਿੱਤਾ, ਪਾਣੀ ਦਾ ਤਾਂ ਮੈਂ ਭਰਿਆ ਪਿਆ, ਤੂੰ 10 ਘੜੇ ਲੈ ਆ ਤੇ 10 ਭਰ ਕੇ ਲੈ ਜਾ। ਹੁਣ ਇਹਦੇ ਨਾਲ ਭਰਤਰੀ ਜੀ ਸਾਨੂੰ ਸਮਝਾਉਣਾ ਕੀ ਚਾਹੁੰਦੇ ਨੇ। ਭਰਤਰੀ ਜੀ ਕਹਿੰਦੇ ਨੇ ਸਾਡੇ ਜਿਹੜੇ ਪੂਰਬਲੇ ਕਰਮ ਨੇ ਨਾ, ਉਹ ਸਾਡੇ ਬਰਤਨ ਨੇ। ਗੁਰੂ ਕੋਲ ਗਿਆਨ ਦੀ ਕੋਈ ਕਮੀ ਨਹੀਂ ਹੈਗੀ। ਆ ਵੇਖੋ ਆਪਾਂ ਸਾਰੇ ਬੈਠੇ ਆ, ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਪਣਾ ਸਾਰਿਆਂ ਦਾ ਗੁਰੂ ਹੈ, ਤੇ ਫਿਰ ਗੁਰੂ ਨੇ ਮੈਨੂੰ ਗਿਆਨ ਦਾ ਮਟਕਾ ਦਿੱਤਾ ਹੈ, ਤੇ ਕਿਸੇ ਨੂੰ ਗਿਆਨ ਦੀ ਗੜਵੀ ਦਿੱਤੀ ਹੈ। ਇਹ ਗੜਵੀ ਤੇ ਮਟਕਾ ਤੇ ਤੌੜੇ ਨੇ ਨਾ ਜਿਹੜੇ, ਇਹ ਗਿਆਨ ਦੇ, ਇਹ ਸਾਡੇ ਪਿਛਲੇ ਜਨਮਾਂ ਦਾ ਫਲ ਹੈ, ਪਿਛਲੇ ਕਰਮ ਨੇ ਉਹਨਾਂ ਦਾ ਫਲ ਹੈ। ਆ ਗੋਬਿੰਦਪੁਰੇ ਨਾ ਹੁਣ ਵਾਲੇ ਜਿਹੜੇ ਬਾਬਾ ਜੀ ਨੇ, ਉੱਥੇ ਭਾਈ ਭਗਤੂ ਜੀ ਦਾ ਡੇਰਾ ਹੈ, ਤੇ ਭਾਈ ਭਗਤੂ ਜੀ ਦਾ ਪ੍ਰਸੰਗ ਆਪਾਂ ਥੋੜੇ ਦਿਨ ਹੋਏ ਨੇ ਪਿੱਛੇ ਵਿਚਾਰ ਕੀਤੀ ਸੀ। ਭਾਈ ਭਗਤੂ ਜੀ ਨੇ ਉੱਥੇ ਪਾਣੀ ਕੱਢਿਆ ਸੀ ਕਲਾ ਦੇ ਨਾਲ, ਅੰਮ੍ਰਿਤਸਰ ਸੇਵਾ ਕਰਕੇ ਆਇਆ ਸੀ, ਤੇ ਪਾਣੀ ਜਦੋਂ ਕੱਢਿਆ ਨਾ, ਤੇ ਉੱਥੋਂ ਦੀ ਕਲਾ ਪ੍ਰਗਟ ਹੋ ਗਈ। ਉੱਥੇ ਡੇਰਾ ਬਣਿਆ ਹੋਇਆ, ਉੱਥੇ ਪਹਿਲੋਂ ਬਾਬਾ ਜੀ ਰਹਿੰਦੇ ਸਨ। ਹੁਣ ਵਾਲਿਆਂ ਦੇ ਨਾਲ ਮੇਰੀ ਕੋਈ ਵਿਚਾਰ ਵਟਾਂਦਰਾ ਕਦੇ ਨਹੀਂ ਹੋਇਆ, ਮੈਂ ਕਦੇ ਗਿਆ ਨਹੀਂ। ਉਦੋਂ ਮੈਂ ਗਿਆ ਸੀ ਤੇ ਉਹਨਾਂ ਦੀ ਬਾਣੀ ਬੜੀ ਸ਼ੁੱਧ ਸੀ। ਮੈਂ ਕਿਹਾ ਬਾਬਾ ਜੀ ਤੁਹਾਡੀ ਬਾਣੀ ਬੜੀ ਸ਼ੁੱਧ ਹੈ, ਤੁਸੀਂ ਸੰਥਿਆ ਕਿਹੜੀ ਟਕਸਾਲ ਚੋਂ, ਕਿਹੜੀ ਸੰਪਰਦਾਈ ਚੋਂ ਕਰਾਈ? ਕਹਿੰਦਾ ਮੈਂ ਤਾਂ ਸੰਥਿਆ ਕਰਾਈ ਨਹੀਂ। ਮੈਂ ਕਿਹਾ ਹੱਦ ਹੋ ਗਈ, ਤੁਸੀਂ ਸੰਥਿਆ ਹੀ ਨਹੀਂ ਕਰਾਈ ਤੇ ਬਾਣੀ ਤੁਹਾਡੀ ਬੜੀ ਸ਼ੁੱਧ ਹੈ। ਕਹਿੰਦਾ ਜੀ ਮੈਂ ਜਦੋਂ ਇੱਥੇ ਆਇਆ ਸੀ ਨਾ, ਤੇ ਮੇਰੇ ਤੋਂ ਪਹਿਲੋਂ ਜਿਹੜੇ ਇੱਥੇ ਬਾਬਾ ਜੀ ਸੀ, ਮੈਂ ਉਹਨਾਂ ਨੂੰ ਆਖਿਆ ਕਿ ਮੈਨੂੰ ਸੰਥਿਆ ਕਰਾ ਦਿਓ, ਤੇ ਉਹਨਾਂ ਨੇ ਮੈਨੂੰ ਕਿਹਾ ਸੀ ਤੂੰ ਪਿਛਲੇ ਜਨਮਾਂ ਦੇ ਵਿੱਚ ਸੰਥਿਆ ਕਿੰਨੇ ਵਾਰੀ ਕਰ ਲਈ, ਉਸੇ ਨਾਲ ਹੀ ਸਾਰ ਲਾ। ਵੇਖ ਲਓ ਹੁਣ ਇਹ ਬਰਤਨ ਇਹਦੇ ਕੋਲ ਪਿਛਲੇ ਜਨਮਾਂ ਦਾ ਬਣਿਆ ਹੋਇਆ, ਤੇ ਗਿਆਨ ਜਿਹੜਾ ਉਹ ਭਰਿਆ ਹੋਇਆ ਉਹਦੇ ਕੋਲੇ ਗਿਆਨ ਗੁਰੂ ਤੋਂ ਮਿਲ ਗਈ ਹੈ, ਕਿਰਪਾ ਗੁਰੂ ਦੀ ਹੋ ਗਈ ਹੈ। ਸੋ ਇਹ ਗੱਲ ਭਰਤਰੀ ਜੀ ਨੇ ਸਾਨੂੰ ਸਮਝਾਈ ਹੈ ਵਿਰਾਗ ਸਤਕ ਦੇ ਅੰਦਰ ਵੀ ਗੁਰਮੁਖ ਪਿਆਰਿਓ, ਪਰਮਾਤਮਾ ਦੇ ਕੋਲੇ ਕੋਈ ਕਮੀ ਨਹੀਂ ਹੈਗੀ, ਤੇ ਫਿਰ ਕਮੀ ਕਾਹਦੇ ਕੋਲੇ? ਸਾਡੇ ਕੋਲ ਬਰਤਨ ਹੀ ਨਿੱਕੇ ਨਿੱਕੇ ਨੇ, ਫਿਰ ਨਿੱਕੇ ਬਰਤਨਾਂ 'ਚ ਨਿੱਕਾ ਹੀ ਮਿਲਣਾ ਹੈ ਨਾ, ਥੋੜ੍ਹਾ ਹੀ ਪੈਣਾ ਹੈ ਨਾ। ਸੋ ਇਹ ਸਾਡੀ ਪ੍ਰਾਲਬਧ ਹੈ, ਪ੍ਰਾਲਬਧ ਦੇ ਅਨੁਸਾਰ ਸਾਨੂੰ ਸਾਰਾ ਕੁਝ ਮਿਲ ਰਿਹਾ ਹੈ।
ਸੋ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਕਿਰਪਾ ਕਰਦੇ ਨੇ। ਉਹ ਜਦੋਂ ਕਿਰਪਾ ਦੇ ਘਰ ਦੇ ਵਿੱਚ ਆਉਂਦਾ ਹੈ ਨਾ, ਫਿਰ ਸਾਡੀ ਪ੍ਰਾਲੱਭ ਦੇ ਜਿਹੜੀ ਵੀ ਖਤਮ ਹੋ ਜਾਂਦੀ ਹੈ। ਫਿਰ ਸਾਡੀ ਜਿਹੜੀ ਪ੍ਰਾਲੱਭ ਦੇ ਇਹ ਵੀ ਖਤਮ ਹੋ ਜਾਂਦੀ ਏ ਤੇ ਸਾਨੂੰ ਆਪ ਦੇ ਵਰਗਾ ਹੀ ਕਰ ਲੈਂਦਾ ਹੈ। ਫਿਰ ਉਹ ਮਾੜਾ ਚੰਗਾ ਨਹੀਂ ਵਿਚਾਰਦਾ, ਕੋਈ ਪ੍ਰਾਲੱਭ ਦੀ ਵੀ ਵਿਚਾਰ ਨਹੀਂ ਕਰਦਾ ਹੈ ਜੀ। ਕੰਠ ਲਗਾਏ ਲਿਏ ਜਨ ਆਪਣੇ, RAM ਨਾਮ ਉਰ ਧਾਰਿਆ। ਜਿਨ੍ਹਾਂ ਨੇ ਉਸ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਹਿਰਦੇ ਦੇ ਅੰਦਰ ਧਾਰਨ ਕਰ ਲਿਆ ਨਾ, ਉਹਨਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਗਲ ਦੇ ਨਾਲ ਲਾ ਲਿਆ ਹੈ ਜੀ। ਮਾਨ ਮੋਹ ਮਦ ਸਗਲ ਵਿਆਪੀ, ਕਰ ਕਿਰਪਾ ਆਪ ਨਿਵਾਰੇ। ਇਹ ਮਨੁੱਖ ਦੇ ਔਗਣ ਨੇ। ਮਨੁੱਖ ਮਾਨ ਕਰਦਾ, ਮਾਨ ਦਾ ਅਰਥ ਇੱਥੇ ਹੰਕਾਰ ਹੈ। ਕਿਸੇ ਨੂੰ ਪੁੱਤਰਾਂ ਤੇ ਮਾਣ ਹੈ, ਹੰਕਾਰ ਹੈ। ਕਿਸੇ ਨੂੰ ਧਨ ਦੌਲਤ ਦਾ ਮਾਣ ਹੈ। ਮੋਹ, ਆਪਣਿਆਂ ਦੇ ਨਾਲ ਮੋਹ ਕਰਨਾ ਤੇ ਦੂਜਿਆਂ ਦੇ ਨਾਲ ਵਿਤਕਰਾ ਕਰਨਾ, ਇਹ ਮੋਹ ਹੈ। ਮਦ ਦਾ ਅਰਥ ਨਸ਼ਾ ਹੈ। ਇਹ ਮਨੁੱਖ ਨੂੰ ਨਸ਼ੇ ਨੇ। ਮਨੁੱਖ ਦੇ ਅੰਦਰ ਮਾਣ ਹੈ, ਮਨੁੱਖ ਦੇ ਅੰਦਰ ਮੋਹ ਹੈ, ਮਨੁੱਖ ਦੇ ਅੰਦਰ ਹੰਕਾਰ ਹੈ। ਸਗਲ ਵਿਆਪੀ, ਇਹ ਕਿਸੇ ਇੱਕ ਨੂੰ ਨਹੀਂ, ਸਾਰਿਆਂ ਨੂੰ ਨੇ। ਇਹ ਕੋਈ ਮੈਨੂੰ ਇਕੱਲੇ ਨੂੰ ਨਹੀਂ, ਸਾਰਿਆਂ ਨੂੰ ਨੇ। ਇਹ ਔਗਣ ਨੇ ਸਾਡੇ। ਕਰ ਕਿਰਪਾ ਆਪ ਨਿਵਾਰੇ, ਜਦੋਂ ਕਿਰਪਾ ਦੇ ਘਰ ਵਿੱਚ ਆਉਂਦਾ ਫਿਰ ਇਹ ਸਾਰੇ ਦੂਰ ਕਰ ਦਿੰਦਾ ਹੈ ਜੀ। ਕਹੋ ਨਾਨਕ ਭੈ ਸਾਗਰ ਤਰਿਆ, ਪੂਰਨ ਕਾਜ ਹਮਾਰੇ। ਗੁਰੂ ਜੀ ਰਹਿਮਤ ਕਰਦੇ ਨੇ, ਅਸੀਂ ਉਸ ਸੰਸਾਰ ਤੋਂ ਤਰ ਗਏ ਹਾਂ ਵਾਹਿਗੁਰੂ ਦੀ ਕਿਰਪਾ ਦੇ ਨਾਲ। ਭੈ ਸਾਗਰੋਂ, ਪਰਮਾਤਮਾ ਦਾ ਡਰ ਰੱਖਿਆ, ਗੁਰੂ ਦਾ ਡਰ ਰੱਖਿਆ ਤੇ ਸੰਸਾਰ ਸਾਗਰ ਤੋਂ ਤਰ ਗਏ ਹਾਂ। ਪੂਰਨ ਕਾਜ ਹਮਾਰੇ, ਇਸ ਦੇ ਨਾਲ ਸਾਡੇ ਕਾਰਜ ਰਾਸ ਹੋ ਗਏ ਹਨ ਜੀ। ਗੁਣ ਗੋਪਾਲ ਗਾਵੋ ਨਿਤ ਸਕੀਏ, ਸਖੀਏ ਸਗਲ ਮਨੋਰਥ ਪਾਏ RAM। ਆਖਰੀ ਪੌੜੀ ਦੇ ਅੰਦਰ ਗੁਰੂ ਜੀ ਰਹਿਮਤ ਕਰਦੇ ਨੇ, ਅਸੀਂ ਪਰਮਾਤਮਾ ਦੇ ਗੁਣ ਨੂੰ ਗੁਣਾ ਕਰੀਏ। ਨਿਤਾ ਪ੍ਰਤੀ ਹੈ ਗੁਰਮੁਖ ਕਰੇ ਸਤ ਸੰਗਿਓ, ਇਸ ਦੇ ਨਾਲ ਸਾਡੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ। ਸਫਲ ਜਨਮ ਹੋਆ ਮਿਲ ਸਾਧੂ, ਏਕੰਕਾਰ ਧਿਆਏ RAM। ਜਿਹੜਾ ਜਨਮ ਹੈ ਨਾ, ਇਹਦੀ ਸਫਲਤਾ ਹੀ ਉਦੋਂ ਤੱਕ ਨਹੀਂ ਹੁੰਦੀ ਜਦੋਂ ਤੱਕ ਸਾਨੂੰ ਸਾਧੂ ਨਹੀਂ ਮਿਲਦਾ। ਸਾਧੂ ਮਿਲੇਗਾ ਤੇ ਫਿਰ ਜੀਵਨ ਦੀ ਸਫਲਤਾ ਹੀ ਹੋਏਗੀ। ਏਕੰਕਾਰ ਧਿਆਏ RAM, ਸਾਧੂ ਦੀ ਸੰਗਤ ਦੇ ਵਿੱਚ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਜਪਿਆ ਜਾਂਦਾ ਹੈ। ਪੜ੍ਹੇ ਕੋਲ ਜਾਵਾਂਗੇ ਤੇ ਪੜ੍ਹਾਈ ਆਵੇਗੀ, ਅਨਪੜ੍ਹ ਕੋਲ ਬੈਠਿਆ ਸਾਨੂੰ ਪਤਾ ਹੀ ਨਹੀਂ ਲੱਗਣਾ, ਅੱਖਰਾਂ ਦਾ ਗਿਆਨ ਹੀ ਨਹੀਂ ਹੋਣਾ। ਸੋ ਗੁਰੂ ਜੀ ਇੱਥੇ ਦੱਸਦੇ ਨੇ, ਜਿਹਨੇ ਆਪਣੇ ਮਨ ਨੂੰ ਸਾਧਿਆ ਨਾ, ਉਹਦੇ ਕੋਲ ਮਨ ਨੂੰ ਕਿਵੇਂ ਸਾਧਿਆ ਜਾਏਗਾ, ਇਹ ਗਿਆਨ ਮਿਲੇਗਾ। ਏਕੰਕਾਰ ਧਿਆਏ RAM, ਤੇ ਮਨ ਨੂੰ ਸਾਧ ਕੇ ਸਾਧੂ ਦੀ ਸੰਗਤ ਦੇ ਨਾਲ ਪਰਮਾਤਮਾ ਦੇ ਨਾਮ ਜਪਣਾ ਆਉਂਦਾ ਹੈ ਜੀ। ਜਪ ਏਕ ਪ੍ਰਭੂ ਅਨੇਕ ਰਵਿਆ, ਸਰਬ ਮੰਡਲ ਛਾਇਆ। ਗੁਰੂ ਜੀ ਪ੍ਰੇਰਨਾ ਦਿੰਦੇ ਨੇ, ਜਪ ਏਕ, ਇੱਕ ਓੰਕਾਰ ਨੂੰ ਜਪਣਾ ਕਰ, ਵਾਹਿਗੁਰੂ ਨੂੰ ਜਪਣਾ ਕਰ। ਪ੍ਰਭੂ ਅਨੇਕ ਰਵਿਆ, ਉਹ ਜਿਹੜਾ ਅਣਕ ਤਰੀਕਿਆਂ ਦੇ ਨਾਲ ਸਾਰਿਆਂ ਦੇ ਵਿੱਚ ਵਿਆਪਕ ਹੈ, ਅਨੇਕਾਂ ਦੇ ਵਿੱਚ ਜੋ ਵਿਆਪਕ ਹੈ। ਸਰਬ ਮੰਡਲ ਛਾਇਆ, ਤੇ ਸਾਰੇ ਖੰਡਾਂ ਬ੍ਰਹਮੰਡਾਂ ਮੰਡਲਾਂ ਦੇ ਵਿੱਚ ਛਾਇਆ ਹੋਇਆ ਹੈ ਜੀ। ਬ੍ਰਹਮ ਪਸਾਰਾ ਬ੍ਰਹਮ ਪਸਰਿਆ, ਸਭ ਬ੍ਰਹਮ ਦ੍ਰਿਸ਼ਟੀ ਆਇਆ। ਜਿੰਦੇ ਤੇ ਕਿਰਪਾ ਹੋ ਜਾਂਦੀ ਹੈ, ਉਹ ਬ੍ਰਹਮ ਦਾ ਪਸਾਰਾ ਹੈ ਤੇ ਬ੍ਰਹਮ ਨੇ ਇਸ ਪਸਾਰੇ ਨੂੰ ਪਸਾਰਿਆ ਹੋਇਆ। ਉਹਨੂੰ ਚਾਰੇ ਪਾਸੇ ਬ੍ਰਹਮ ਰੂਪ ਹੀ ਦਿਸਣ ਲੱਗ ਜਾਂਦਾ ਹੈ ਜੀ। ਜਲ ਥਲ ਮਹੀਲ ਪੂਰ ਪੂਰਨ, ਤਿਸ ਬਿਨਾ ਨਹੀਂ ਜਾਏ। ਹਰ ਜਗ੍ਹਾ ਤੇ ਪ੍ਰਭੂ ਪਰਮਾਤਮਾ ਦੀ ਪੂਰਨਤਾ ਹੀ ਹੈ, ਉਸ ਤੋਂ ਬਿਨਾ ਕੋਈ ਵੀ ਜਗ੍ਹਾ ਇਸ ਤਰ੍ਹਾਂ ਦੀ ਨਹੀਂ ਜਿਹੜੀ ਖਾਲੀ ਹੋਵੇ ਜੀ। ਏਕ ਦਰਸ਼ਨ ਨਾਨਕ ਵਿਗਸੇ, ਆਪ ਲੈ ਮਿਲਾਏ। ਜਿਨ੍ਹਾਂ ਨੇ ਉਸ ਪ੍ਰਭੂ ਪਰਮਾਤਮਾ ਦੇ ਦਰਸ਼ਨ ਕਰ ਲਏ ਨੇ, ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਬਿਕਸੇ, ਉਹ ਖੜਾਓ ਦੇ ਵਿੱਚ ਹੋ ਗਏ ਨੇ। ਉਹਨਾਂ ਦਾ ਮਨ ਖੜਾਓ ਵਾਲਾ ਹੋ ਗਿਆ। ਆਪ ਲੈ ਮਿਲਾਏ, ਫਿਰ ਉਹਨਾਂ ਨੂੰ ਆਪ ਪ੍ਰਭੂ ਪਰਮਾਤਮਾ ਆਪਣੇ ਵਿੱਚ ਅਭੇਦ ਕਰ ਲੈਂਦਾ ਹੈ। ਇਤਨੀ ਕੁ ਸੇਵਾ ਸੰਗਤ ਨੇ ਪ੍ਰਵਾਨ ਕਰਨੀ। ਗੁਰੂ ਮਹਾਰਾਜ ਜੀ ਰਹਿਮਤ ਕਰਨ, ਕਿਰਪਾ ਕਰਨ। ਆਪ ਸੰਗਤਾਂ ਦਾ ਸਰਵਣ ਕੀਤਾ, ਦਾਸਰਿਆਂ ਦੀ ਵਿਚਾਰ ਕੀਤੀ, ਇਹ ਹਾਜ਼ਰੀ ਲਾਈ। ਗੁਰੂ ਮਹਾਰਾਜ ਜੀ ਦਰ ਪ੍ਰਵਾਨ ਕਰਨ। ਇਤਨੀਆਂ ਕੁ ਬੇਨਤੀਆਂ ਕਰਦੇ ਹੋਏ ਸੰਗਤਾਂ ਤੋਂ ਮਾਫੀ ਚਾਹੁੰਦੇ ਹਾਂ। ਦੇਹੋ ਸੱਜਣ ਆਸੀਸ ਰੀਆ, ਜੋ ਹੋਏ ਸਹਿਬ ਸਿਉ ਮੇਲ। ਜਲ ਥਲ